ਪੁਲਿਸ ਕਰਮਚਾਰੀ ਜਿਹੜੇ ਨੇ ਵਰਦੀ ਦੇ ਵਿੱਚ ਲੋਕ ਸੇਵਾ ਕਰਦੇ ਨੇ, ਲੋੜਵੰਦਾਂ ਦੀ ਮਦਦ ਕਰਦੇ ਨੇ। ਤੁਸੀਂ ਵੀ ਅਜਿਹੇ ਉਪਰਾਲੇ ਕਰਦੇ ਹੋ, ਸੋ ਕਿੰਨਾ ਕੁ ਚੰਗਾ ਮੰਨਦੇ ਹੋ? ਸਾਡਾ ਕੰਮ ਹੈ ਇੱਕ ਲਫ਼ਜ਼ ਸ਼ੁਰੂ ਕੋਈ ਪੁਲਾਈਟ ਤੋਂ ਹੁੰਦਾ, ਵਫ਼ਾਦਾਰੀ ਤੋਂ ਹੁੰਦਾ ਕਿ ਅਸੀਂ ਲੋਕਾਂ ਦੇ ਵਫ਼ਾਦਾਰ ਬਣਨਾ। ਕਿਉਂ? ਜੋ ਲੋਕਾਂ ਦਾ ਟੈਕਸ ਸਾਨੂੰ ਤਨਖਾਹ ਦੇ ਰੂਪ ਵਿੱਚ ਮਿਲਦਾ। ਸੀਨੀਅਰ ਅਧਿਕਾਰੀ ਨੇ ਉਹਨਾਂ ਤੋਂ ਵੱਡੇ ਅਫਸਰ ਨੇ, ਉਹਨਾਂ ਨੂੰ ਇਤਰਾਜ਼ ਰਹਿੰਦਾ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਿਉਂ ਫੇਮਸ ਹੋ ਰਹੇ ਹੋ, ਤੁਸੀਂ ਕੀ ਲੈਣਾ ਲੋਕਾਂ ਦੀ ਸੇਵਾ ਕਰਕੇ। ਆਪਣੀ ਨੇਕ ਕਮਾਈ ਦੇ ਵਿੱਚ ਤਿਲ ਫੁੱਲ ਕੱਢ ਕੇ ਕਿਸੇ ਦੀ ਹੈਲਪ ਕਰਦੇ ਆ, ਕਿਸੇ ਦੀ ਬੱਚੇ ਦੀ, ਕਿਸੇ ਬਜ਼ੁਰਗ ਦੀ, ਉਹਦੇ ਨਾਲ ਮਨ ਨੂੰ, ਆਪਣੀ ਰੂਹ ਨੂੰ ਸ਼ਾਂਤੀ ਮਿਲਦੀ ਹੈ। ਇਸ ਦੌਰਾਨ ਜਦੋਂ ਮੈਂ ਹਰਜੀਤ ਸਿੰਘ ਦੀ ਮੁਹਿੰਮ ਚੱਲਦੀ ਹੈ, ਉਸ ਤੋਂ ਬਾਅਦ ਕੁਝ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਗਲਤ ਹੁੰਦਾ ਹੈ। ਤੁਸੀਂ ਕਿੰਨਾ ਕੁ ਸਮਰਥਨ ਕਰਦੇ ਹੋ ਇਹਨਾਂ ਚੀਜ਼ਾਂ ਦਾ? ਤੇ ਨਿਹੰਗ ਸਿੰਘ ਨੇ ਕਿੰਨਾ ਮਾੜਾ ਵਰਤਾਓ ਕੀਤਾ ਉਸ ਨਾਲ, ਫਿਰ ਤਾਂ ਸਾਡਾ ਹੱਥ ਚੁੱਕਣਾ ਫਰਜ਼ ਬਣਦਾ। ਇੱਕ ਪੁਲਿਸ ਕਰਮਚਾਰੀ ਗੋਲੀ ਚਲਾ ਦਿੰਦਾ ਹੈ ਕਬੱਡੀ ਖਿਡਾਰੀ ਤੇ, ਫਿਰ ਉਦੋਂ ਵੀ ਤੁਹਾਡਾ ਦਿਲ ਓਨਾ ਹੀ ਦੁਖਦਾ? ਉਹਦੇ ਉੱਪਰ ਵੀ ਉਹ ਕਾਰਵਾਈ ਹੋਣੀ ਚਾਹੀਦੀ ਜੋ ਆਮ ਪਬਲਿਕ ਦੇ ਉੱਪਰ ਕਾਰਵਾਈ ਹੋਈ ਹੈ, ਉਹਦੇ ਉੱਪਰ ਵੀ 302 ਦਾ ਪਰਚਾ ਹੋਣਾ ਚਾਹੀਦਾ। ਪੁਲਿਸ ਥਾਣਿਆਂ ਦੇ ਵਿੱਚ ਜਦੋਂ ਲੋਕ ਜਾਂਦੇ ਨੇ, ਕਿਸੇ ਵੀ ਕੰਮ ਦੇ ਵਿੱਚ ਤੁਹਾਨੂੰ ਪੁਲਿਸ ਪ੍ਰਸ਼ਾਸਨ ਦੀ ਲੋੜ ਪੈਂਦੀ ਹੈ, ਤਾਂ ਲੋਕ ਪਹਿਲਾਂ ਆਲੇ ਦੁਆਲੇ ਕੋਈ ਸਿਫਾਰਿਸ਼ ਲੱਭਦੇ ਨੇ ਕਿ ਸਾਡੇ ਕੋਲ ਸਿਫਾਰਿਸ਼ ਹੋਵੇ ਤੇ ਅਸੀਂ ਫੇਰ ਹੀ ਥਾਣੇ ਵੱਲ ਜਾਈਏ, ਇਨਸਾਫ ਸਾਨੂੰ ਤਾਂ ਮਿਲਣਾ, ਸਾਡੀ ਗੱਲ ਤਾਂ ਸੁਣੀ ਜਾਣੀ। ਮੇਰੇ ਰੀਡਰ ਸਾਹਿਬਾਨ ਨੇ ਮੈਨੂੰ ਇਹ ਗੱਲ ਕਹੀ ਵੀ ਜਗਰ ਸਾਹਿਬ ਜੀ ਤੁਸੀਂ ਤੇ ਅੰਦਰ ਤੁਹਾਡੇ ਕੋਲ ਜਿਹੜਾ ਮਰਜ਼ੀ ਆਉਂਦਾ ਥਾਣੇ ਨਾਲ ਪਟਾ ਆਉਂਦਾ, ਤੁਸੀਂ ਹਰੇਕ ਨੂੰ ਪੀਸ ਇਸ਼ੂ ਕਰ ਦਿੰਦੇ ਆ। ਅੱਛਾ, ਫਿਰ ਅਜਿਹੇ ਪੁਲਿਸ ਅਫਸਰਾਂ ਦਾ ਗਿਲਾ ਇਹ ਹੁੰਦਾ ਹੈ ਕਿ ਅਸੀਂ ਇਮਾਨਦਾਰੀ ਦੇ ਨਾਲ ਜਦੋਂ ਡਿਊਟੀ ਕਰਦੇ ਹਾਂ ਤਾਂ ਸਾਨੂੰ ਫਿਰ ਸਾਡੇ ਜਿਹੜੇ ਲੋਕਲ ਨੇਤਾ ਨੇ, ਸਰਕਾਰਾਂ ਦੇ ਵਿੱਚ ਕੰਮ ਕਰਦੇ ਲੋਕ ਨੇ, ਉਹ ਨਹੀਂ ਟਿਕਣ ਦਿੰਦੇ। ਜੇ ਤੁਹਾਨੂੰ ਕੋਈ ਅਫਸਰ ਨਜਾਇਜ਼ ਕੰਮ ਕਰਨ ਲਈ ਕਹਿੰਦਾ, ਤੁਹਾਨੂੰ ਕਹੋ ਭਾਈ ਨਹੀਂ ਮੈਂ ਇਹ ਕੰਮ ਨਹੀਂ ਕਰਦਾ, ਬਦਲੀ ਹੋ ਜਾਊ ਤਾਂ ਫਿਰ ਕੀ ਹੋ ਜਾਊ? ਉਸ ਜਗ੍ਹਾ ਤੋਂ ਬਦਲੀ ਹੋ ਜਾਊ ਤਾਂ ਫਿਰ ਕੀ ਹੋ ਜਾਊ? ਮੈਂ ਲੋਕਲ ਮੰਤਰੀਆਂ ਦੇ ਪਿੱਠੂ ਪੜਦਾ ਜਾ ਕੇ, ਉਹਨਾਂ ਦੇ ਮੁੱਠਾ ਚੱਪੀ ਕਰਦੇ ਆ, ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣੇ ਜਾ ਕੇ। ਮੈਂ ਤਾਂ ਕਦੇ ਕਿਸੇ ਦੇ ਲਾਉਂਦਾ ਨਹੀਂ। ਤੁਹਾਨੂੰ ਲੱਗਦਾ ਹੈ ਕਿ ਸਾਡੇ ਫਿਰ ਸਿਸਟਮ ਦੇ ਵਿੱਚ ਗਲਤੀ ਹੈ ਕਿ ਆਮ ਲੋਕਾਂ ਦਾ ਸਰਕਾਰ ਵੱਲੋਂ ਸਾਥ ਨਹੀਂ ਦਿੱਤਾ ਜਾਂਦਾ ਅਜਿਹੀਆਂ ਮੁਸ਼ਕਿਲਾਂ ਸਮੇਂ? ਆਪਾਂ ਪੰਜਾਬ ਸਰਕਾਰ ਦਾ ਤਾਂ ਦੇਖਦੇ ਹੀ ਹਰ ਵਾਰੀ ਕਹਿੰਦੇ ਵੀ ਜਿਹੜੀ ਸਰਕਾਰ ਬਦਲ ਕੇ ਜਾਂਦੀ ਹੈ ਉਹ ਖਜ਼ਾਨਾ ਖਾਲੀ ਹੈ। ਵੀ ਮੁਲਕ ਨੂੰ ਪਿਆਰ ਕਿਸੇ ਨੂੰ ਨਹੀਂ ਹੈਗਾ, ਸਿਰਫ ਮੰਤਰੀਗਣ ਆਪਣੇ ਆਪਣਾ ਪਿਆਰ ਹੈ। ਮੈਂ ਮੰਤਰੀ ਬਣ ਗਿਆ। ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਦੇ ਨਾਲ ਤੁਸੀਂ ਬਣੇ ਹੋਏ ਹੋ, ਮੈਂ ਹਾਂ ਸੁਖ ਸੋਹਲ। ਥੋੜ੍ਹੇ ਦਿਨ ਪਹਿਲਾਂ 3 ਛੋਟੀਆਂ ਕੁੜੀਆਂ ਦੀ ਇੱਕ ਅਜਿਹੀ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇਹ ਦਰਸਾਇਆ ਜਾਂਦਾ ਹੈ ਕਿ ਇਹ ਕੁੜੀਆਂ ਆਪਣੇ ਹੁਨਰ ਦੇ ਬਲ ਦੇ ਉੱਤੇ ਭਾਵੇਂ ਹੀ ਪੂਰੀ ਦੁਨੀਆ ਦੇ ਲੋਕਾਂ ਦੀ ਪਸੰਦ ਬਣ ਰਹੀਆਂ ਨੇ, ਪਰ ਫਿਰ ਵੀ ਇਹਨਾਂ ਦਾ ਗੁਜ਼ਾਰਾ ਜਿਹੜਾ ਹੈ ਕਾਫੀ ਮੁਸ਼ਕਲ ਹੋ ਰਿਹਾ ਹੈ। ਤੇ ਉਸ ਵੇਲੇ ਉਹਨਾਂ ਦੇ ਲਈ ਇੱਕ ਮਸੀਹਾ ਬਣ ਕੇ ਬੋੜੇ ਸਨ ਪੰਜਾਬ ਪੁਲਿਸ ਦੇ ਡੀਐਸਪੀ, ਜਿਨ੍ਹਾਂ ਨੇ ਇਹਨਾਂ 3 ਕੁੜੀਆਂ ਨੂੰ ਪੜ੍ਹਾਉਣ ਲਿਖਾਉਣ ਦਾ ਵਾਅਦਾ ਕੀਤਾ, ਪੈਰਾਂ ਸਿਰ ਖੜਿਆਂ ਕਰਨ ਦਾ ਵਾਅਦਾ ਕੀਤਾ। ਸੋ ਉਹ ਡੀਐਸਪੀ ਦਲਜਿੰਦਰ ਸੰਧੂ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸੰਧੂ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੋ ਬੜੀ ਛੇਤੀ ਤੁਸੀਂ ਚਰਚਾ ਦਾ ਵਿਸ਼ਾ ਬਣ ਗਏ, ਹਾਲਾਂਕਿ ਇਸ ਵਰਦੀ ਦੇ ਵਿੱਚ ਤੁਸੀਂ ਲੰਬੇ ਸਮੇਂ ਤੋਂ ਹੋ, ਪਰ ਇੱਕ ਅਜਿਹਾ ਉੱਦਮ, ਇੱਕ ਅਜਿਹਾ ਫੈਸਲਾ ਜਿਸ ਫੈਸਲੇ ਨੇ ਦੁਨੀਆ ਭਰ ਦੇ ਵਿੱਚ ਤੁਹਾਨੂੰ ਚਰਚਾ ਦੇ ਵਿੱਚ ਲਿਆ ਦਿੱਤਾ ਕਿ ਉਹਨਾਂ 3 ਕੁੜੀਆਂ ਦੀ ਪੜ੍ਹਾਈ ਲਿਖਾਈ ਦਾ ਜਿਹੜਾ ਬੀੜਾ ਸੀ ਤੁਸੀਂ ਚੁੱਕਣ ਦਾ ਐਲਾਨ ਕੀਤਾ। ਸੋ ਕਿਵੇਂ ਇਹ ਵੀਡੀਓ ਤੁਹਾਡੇ ਨਜ਼ਰੀ ਪਈ, ਕਿਸ ਤਰੀਕੇ ਦੇ ਨਾਲ ਤੁਸੀਂ ਇਹ ਫੈਸਲਾ ਲਿਆ? ਮੈਨੂੰ ਆਪਣੇ ਜਗਬਾਣੀ ਵਿੱਚ ਮੈਂ ਖਬਰ ਪੜ੍ਹੀ ਸੀ ਵੀ ਇਹ 3 ਬੱਚਿਆਂ ਨੂੰ ਇਹਨਾਂ ਦੇ ਫਾਦਰ ਛੱਡ ਗਏ ਜੀ, ਤੇ ਇਹਨਾਂ ਦੀ ਮਾਤਾ ਨੂੰ ਬਿਲਕੁਲ ਰੱਖਦੇ ਨਹੀਂ ਸੀਗੇ। ਇਤਨੇ ਬੱਚੀਆਂ ਹੋਣ ਕਰਕੇ ਇਹਨਾਂ ਦੇ ਬੇਟਾ ਕੋਈ ਨਹੀਂ ਸੀ, ਤਾਂ ਉਹਨੇ ਆਪਣੇ ਫਾਦਰ ਨੇ 3 ਕੁੜੀਆਂ ਛੱਡ ਦਿੱਤੀਆਂ। ਜਿਹੜੀਆਂ ਤੜੀਆਂ ਮਜ਼ਬੂਰ ਹੋ ਗਈਆਂ ਕਿ ਆਪਣੀ ਮਾਂ ਦੀ ਵੱਡੀ ਭੈਣ ਮਾਸੀ ਦੇ ਕੋਲ ਰਹਿਣਾ ਲੱਗ ਗਈਆਂ ਜਾ ਕੇ, ਅਤੇ ਉਹਨਾਂ ਦੇ ਗੁਜ਼ਾਰਾ ਕੋਈ ਸਾਧਨ ਨਹੀਂ। ਇਹਨਾਂ ਦੀ ਮਾਂ ਵੀ ਖੁਦ ਕੋਈ ਕੰਮ ਕਰਨ ਯੋਗ ਨਹੀਂ ਹੈ। ਮੈਂ ਪਤਾ ਕੀਤਾ, ਮੈਂ ਕਿਹਾ ਤੈਨੂੰ ਕਿਸੇ ਹੌਸਪੀਟਲ ਵਗੈਰਾ ਲਵਾ ਦਈਏ, ਉਹ ਕਹਿੰਦੀ ਵੀ ਕੰਮ ਕਰਨ ਲਾਇਕ ਨਹੀਂ ਹੈਗੀ, ਵੀ ਥੋੜ੍ਹਾ ਕੰਮ ਕਰਦੀ ਹੈ ਤਾਂ ਉਹਨੂੰ ਦੱਦੜ ਪੈ ਜਾਂਦੀ ਹੈ ਜਾਂ ਉਹਨੂੰ ਦੌਰਾ ਪੈ ਜਾਂਦਾ। ਕਿਉਂਕਿ ਇਹਦੇ ਫਾਦਰ ਦੇ ਸਿਰ ਦੇ ਵਿੱਚ ਕਹਿੰਦੇ ਡੰਡੇ ਵਗੈਰਾ ਮਾਰਦਾ ਰਿਹਾ, ਇਸ ਕਰਕੇ ਉਹ ਇਸ ਚੀਜ਼ ਤੋਂ ਬੜੀ ਪੀੜਤ ਹੈਗੀ ਹੈ ਜੀ। ਬਾਕੀ ਇਹਨਾਂ ਬੱਚੀਆਂ ਦੇ ਸਿਰ 'ਤੇ ਹੱਥ ਰੱਖਣਾ ਸਾਡਾ ਇਖਲਾਕੀ ਫਰਜ਼ ਬਣਦਾ ਹੈ। ਇੱਕ ਪਿਓ ਨੇ ਵਿਸਾਰ ਦਿੱਤੀਆਂ, ਅਸੀਂ ਥੋੜ੍ਹਾ ਜਿਹਾ ਇੱਕ NGO ਛੋਟੀ ਜਿਹੀ ਬਣਾਈ ਹੈਗੀ ਆ, ਸਭ ਤੇਰਾ ਤੇਰਾ, ਜਿਹਦੇ ਵਿੱਚ ਮਿਸਟਰ ਪ੍ਰੀਕਸ਼ਤ ਜੀ ਮੇਰੇ ਖਾਸ ਸੱਜਣ ਨੇ। ਅਸੀਂ ਦੋਵੇਂ ਇਹੀ ਕੰਮ ਕਰਦੇ ਹੈਗੇ ਆ ਵੀ ਜਦੋਂ ਸਾਨੂੰ ਛੁੱਟੀ ਹੁੰਦੀ ਹੈ, ਛੁੱਟੀ ਤੋਂ ਬਾਅਦ ਇੱਕ ਟਾਈਮ ਮਿਲਦਾ ਅਤੇ ਅਸੀਂ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣੇ ਚੱਲ ਪੈਂਦੇ ਹਾਂ ਜੀ। ਸਾਡਾ ਉਹ ਬੱਚਿਆਂ ਨੂੰ ਦੇਖ ਕੇ ਦਿਲ ਬਹੁਤ ਖੁਸ਼ੀ ਹੈ। ਉਹ ਸਪੈਸ਼ਲ ਅਸੀਂ ਦੋਨੋਂ ਜਣੇ ਜਾ ਕੇ ਉਹਨਾਂ ਦੇ ਪਿੰਡ ਜਾ ਕੇ ਉਹ ਬੱਚਿਆਂ ਨੂੰ ਮਿਲ ਕੇ ਆਏ, ਉਹਨਾਂ ਨੂੰ ਪਾਉਣ ਲਈ ਕੱਪੜੇ ਦੇ ਕੇ ਆਏ, ਉਹਨਾਂ ਨੂੰ ਲਿਜਾ ਕੇ ਉਹਨਾਂ ਨੂੰ ਕੱਪੜੇ ਵੱਖਰੇ, ਤਾਂ ਬਾਕੀ ਉਹਨਾਂ ਨੂੰ ਬਾਜ਼ਾਰ ਵਿੱਚ ਜਾ ਕੇ ਉਹਨਾਂ ਦੇ ਕਿਤਾਬਾਂ ਲੈ ਕੇ ਦੇ ਕੇ ਆਏ, ਘਰ ਦਾ ਰਾਸ਼ਨ ਲੈ ਕੇ ਦੇ ਕੇ ਆਏ।
ਉਹਦਾ ਵਾਅਦਾ ਕਰਕੇ ਉਹ ਦੁਕਾਨ 'ਤੇ ਕਰਕੇ ਵੀ ਹਰ ਮਹੀਨੇ ਜਿੰਨਾ ਰਾਸ਼ਨ ਘਰ ਦਾ ਹੋਊਗਾ ਉਸ ਦੁਕਾਨ ਤੋਂ ਆ ਕੇ ਲੈ ਜਾ ਕਰੇ, ਉਹ ਸਾਨੂੰ ਬਿੱਲ ਮੋਬਾਈਲ 'ਤੇ ਸਾਨੂੰ ਬਿੱਲ ਕਰੇਗਾ ਤਾਂ ਅਸੀਂ ਮੋਬਾਈਲ ਰਾਹੀਂ ਪੈਸੇ ਪੇ ਕਰ ਦੇਵਾਂਗੇ ਜੀ ਜੀ। ਅੱਛਾ ਡੀਐਸਪੀ ਸਾਹਿਬ, ਜਦੋਂ ਵੀ ਆਮ ਬੰਦਾ ਜਿਹੜਾ ਹੈ ਤੁਹਾਡੇ ਵਰਗੇ ਪੁਲਿਸ ਮੁਲਾਜ਼ਮ ਨੂੰ ਦੇਖਦਾ ਹੈ, ਜੋ ਵਰਦੀਧਾਰੀ ਹੁੰਦਾ ਹੈ, ਤਾਂ ਥੋੜ੍ਹਾ ਜਿਹਾ ਡਰ ਹੁੰਦਾ ਹੈ ਮਨ ਦੇ ਵਿੱਚ। ਪਰ ਅਸੀਂ ਕੁਝ ਸਾਲਾਂ ਤੋਂ ਦੇਖ ਰਹੇ ਹਾਂ, ਜਦੋਂ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ, ਪੁਲਿਸ ਕਰਮਚਾਰੀ ਜਿਹੜੇ ਨੇ ਵਰਦੀ ਦੇ ਵਿੱਚ ਲੋਕ ਸੇਵਾ ਕਰਦੇ ਨੇ, ਲੋੜਵੰਦਾਂ ਦੀ ਮਦਦ ਕਰਦੇ ਨੇ। ਤੁਸੀਂ ਵੀ ਅਜਿਹੇ ਉਪਰਾਲੇ ਕਰਦੇ ਹੋ, ਸੋ ਕਿੰਨਾ ਕੁ ਚੰਗਾ ਮੰਨਦੇ ਹੋ ਇਸ ਚੀਜ਼ ਨੂੰ? ਪੁਲਿਸ ਦੀ ਛਵੀ ਸੁਧਾਰਨ ਦੇ ਵਿੱਚ ਵੀ ਇਹ ਕੰਮ ਜਿਹੜੇ ਨੇ ਸਹਾਈ ਹੋ ਰਹੇ ਨੇ? ਜੀ ਅਸੀਂ ਤਾਂ ਇਹ ਚਾਹਾਂਗੇ ਵੀ ਪੁਲਿਸ ਜੋ ਪਹਿਲੀ ਪੁਲਿਸ ਜਾਂ ਪਹਿਲੇ ਕਰਮਚਾਰੀ ਘੱਟ ਪੜ੍ਹੇ ਲਿਖੇ ਹੁੰਦੇ ਸੀਗੇ ਜੀ, ਅਤੇ ਉਹ ਇਹ ਸਮਝਦੇ ਸੀ ਕਿ ਅਸੀਂ ਪੁਲਿਸ ਭਰਤੀ ਹੋ ਗਏ, ਇਹਨਾਂ ਲੋਕਾਂ ਦੇ ਉੱਪਰ ਰਾਜ ਕਰਨ ਲਈ ਸਾਨੂੰ ਰਾਈਟ ਮਿਲ ਗਿਆ, ਹੱਕ ਮਿਲ ਗਿਆ। ਜਦ ਕਿ ਨਹੀਂ, ਅਸੀਂ ਪੁਲਿਸ ਜਿਹੜੀ ਹੁੰਦੀ ਆ ਉਹ ਲੋਕਲ ਲੋਕਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਕਾਇਮ ਰੱਖਣ ਵਾਸਤੇ ਹੁੰਦੀ ਆ। ਆਰਮੀ ਅਦਰ ਕੰਟਰੀ ਦੇ ਵਿੱਚ ਲੜਨ ਵਾਸਤੇ, ਲੋਕਾਂ ਨੂੰ ਮਾਰਨ ਵਾਸਤੇ ਹੁੰਦੀ ਹੈ ਜੀ। ਸਾਡਾ ਕੰਮ ਪਹਿਲਾ ਕੰਮ ਹੈਗਾ ਪੋਲਾਈਟ, ਪੀ ਫਾਰ ਪੋਲਾਈਟ, ਓ ਫਾਰ ਓਬੀਡੀਐਂਟ, ਐਲ ਫਾਰ ਲੋਇਲ। ਇਸ ਚੀਜ਼ ਨਾਲ ਹਰ ਇੱਕ ਲਫ਼ਜ਼ ਦਾ ਮਤਲਬ ਹੈ ਜੀ। ਇਨਕਰੇਜੇਬਲ ਜਿਹੜਾ ਅਸੀਂ ਸਾਡਾ ਕੰਮ ਹੈ, ਇੱਕ ਲਫ਼ਜ਼ ਸ਼ੁਰੂ ਪੋਲਾਈਟ ਤੋਂ ਹੁੰਦਾ, ਵਫਾਦਾਰੀ ਤੋਂ ਹੁੰਦਾ ਵੀ ਅਸੀਂ ਇਹਨਾਂ ਲੋਕਾਂ ਦੇ ਵਫਾਦਾਰ ਬਣਨਾ। ਕਿਉਂ? ਜੋ ਲੋਕਾਂ ਦਾ ਟੈਕਸ ਸਾਨੂੰ ਤਨਖਾਹ ਦੇ ਰੂਪ ਵਿੱਚ ਮਿਲਦਾ ਜੀ, ਜਿੱਦਾਂ ਸਾਡੇ ਬੱਚੇ ਪੜ੍ਹਦੇ ਆ, ਉਹ ਲੋਕ ਆਪਣਾ ਟੈਕਸ ਦੇ ਕੇ ਸਾਨੂੰ ਖਰੀਦਦੇ ਆ। ਵੀ ਆਰ ਆਲਸੋ ਪਬਲਿਕ ਸਰਵੈਂਟ। ਅਸੀਂ ਇਸ ਲੋਕਾਂ ਦੇ ਸੇਵਕ ਆ ਜੀ। ਅਸੀਂ ਉਹਨਾਂ ਨੂੰ ਹਰ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਕੰਮ ਆ ਸਕੀਏ, ਸਾਡੀ ਪ੍ਰਾਈਮ ਡਿਊਟੀ ਹੈ, ਨਾ ਕਿ ਉਹਨਾਂ ਨੂੰ ਡੰਡੇ ਮਾਰਨਾ। ਹੋਰ ਕੀ ਉਪਰਾਲੇ ਕਰਦੇ ਹੋ? ਜਿਵੇਂ ਇਹਨਾਂ 3 ਬੱਚਿਆਂ ਦੀ ਪੜ੍ਹਾਈ ਦਾ ਬੀੜਾ ਤੁਸੀਂ ਚੁੱਕਿਆ, ਹੋਰ ਵੀ ਲੋੜਵੰਦਾਂ ਤੱਕ ਪਹੁੰਚ ਕਰਦੇ ਹੋ, ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹੋ? ਜੀ ਹਾਂ, ਪਿਛਲੇ ਹਫ਼ਤੇ ਜੀ ਮੈਂ ਘੋਰੀਆਂ ਖੁਰਦ ਪਿੰਡ ਜਾ ਕੇ ਆਇਆ, ਮੋਗੇ ਤੋਂ 22 ਕਿਲੋਮੀਟਰ ਅੱਗੇ ਪੈਂਦਾ, ਅਤੇ ਉਹ ਵੀ ਪੇਪਰ ਦੇ ਵਿੱਚ ਪੜ੍ਹਿਆ ਸੀਗਾ ਵੀ ਇੱਕ ਮਾਤਾ ਬਜ਼ੁਰਗ ਹੈ ਜੀ, ਉਹਦੇ ਕੋਲ ਉਹਦੀ ਲੜਕੀ ਅਤੇ ਉਹਦੇ ਜਵਾਈ ਰਹਿੰਦੇ ਨੇ, ਅਤੇ ਉਹ ਇੱਕ ਦਰਖਤ ਦੇ ਥੱਲੇ ਸੌਣ ਲਈ ਮਜਬੂਰ ਸਨ। ਉਹਨਾਂ ਕੋਲ ਆਪਣਾ ਘਰ ਨਹੀਂ ਸੀ, ਉਹਨਾਂ ਕੋਲ ਆਪਣਾ ਘਰ ਨਹੀਂ ਸੀ। ਉਹ ਪੇਪਰ ਵਿੱਚ ਤਾਂ ਵੀ ਸਾਡੇ 30 ਸਾਲ ਤੋਂ ਅਸੀਂ ਇੱਦਾਂ ਰਹਿ ਰਹੇ ਹਾਂ ਬਿਨਾਂ ਘਰ ਤੋਂ। ਅੱਛਾ ਜੀ। ਕੋਈ ਮੀਂਹ ਕਣੀ ਆਉਂਦਾ ਜਾਂ ਕੁਛ ਹੁੰਦਾ, ਕਹਿੰਦੇ ਸਾਡੇ ਘਰ ਉਸ ਰੋਟੀ ਨਹੀਂ ਪੱਕਦੀ। ਅਸੀਂ ਦੋਵਾਂ ਨੇ ਸਲਾਹ ਕੀਤੀ, ਫਿਰ ਅਸੀਂ ਕਹਿੰਦੇ ਚਲੋ 3 ਖਾਣਾ ਨੂੰ ਕਮਰਾ ਪਾਈਏ। ਇਹ ਕਹਿੰਦੇ ਆਪਾਂ 2 ਖਾਣਾ ਦਾ ਕਮਰਾ ਪਾ ਕੇ ਛੋਟੀ ਜਿਹੀ ਕਿਚਨ ਬਣਾ ਦਈਏ। ਮੈਂ ਕਹਿੰਦੇ 3 ਖਾਣਾ ਦਾ ਕਮਰਾ ਬਣਾ ਕੇ ਬਾਹਰ ਓਟਾ ਬਣਾ ਦਈਏ, ਜੋ ਪਿੰਡਾਂ ਵਿੱਚ ਆਮ ਚੱਲਦਾ ਹੁੰਦਾ ਸੀ ਪਹਿਲਾਂ। ਕਿਉਂਕਿ ਅਸੀਂ ਵੀ ਕੋਈ ਕੋਠੀਆਂ ਵਾਲੇ ਵੱਡੇ ਨਹੀਂ ਗਏ, ਅਸੀਂ ਆਪਣੀ ਤਿਲ ਆਪਣੀ ਕਮਾਈ ਦੇ ਵਿੱਚੋਂ ਜੋ ਕੱਢ ਕੇ ਜੋ ਕਰਦੇ ਹੈਗੇ ਆ, ਕੋਈ ਸਾਨੂੰ ਹੋਰ ਕਿਸੇ ਪਾਸਿਓਂ ਕਿਸੇ ਜਿਸ ਤਰ੍ਹਾਂ ਦੀ ਅਜੇ ਸਪੋਰਟ ਨਹੀਂ ਹੈ। ਸਾਡੇ ਕੋਲ ਸੱਜਣ ਨੂੰ NRI ਸੱਜਣ ਬਾਹਰ ਗਏ ਨੇ, ਹਜੇ ਤੱਕ ਸਾਨੂੰ ਕੁਛ ਨੇ ਐਪਰੀਸ਼ੀਏਟ ਨਹੀਂ ਕੀਤਾ ਇਸ ਸਿਸਟਮ ਵਿੱਚ। ਜੇ ਮੈਂ ਚਾਹਾਂ ਵੀ ਇਸ ਤਰ੍ਹਾਂ ਦੀ NGO ਪੂਰੀ ਬਣਾਈਏ ਔਰ ਹੋਰ ਲੋਕ ਸਾਡੇ ਸ਼ਾਮਿਲ ਹੋਣ, ਅਤੇ ਅਸੀਂ ਜ਼ਰੂਰਤਮੰਦਾਂ ਦੀ ਵੱਧ ਤੋਂ ਵੱਧ ਲੋਕਾਂ ਦੀ ਅਗਾਂਹ ਹੋ ਕੇ ਸੇਵਾ ਕਰੀਏ, ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ। ਅੱਛਾ, ਕਈ ਵਾਰ ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਕਿ ਕੁਛ ਸਮਾਂ ਪਹਿਲਾਂ ਪੁਲਿਸ ਦੇ ਵਿੱਚ ਭਰਤੀ ਹੋਏ ਨੇ, ਉਹ ਇਹ ਉਪਰਾਲੇ ਜ਼ਿਆਦਾ ਤੌਰ ਦੇ ਉੱਤੇ ਕਰਦੇ ਨੇ, ਅਤੇ ਉਹਨਾਂ ਦਾ ਸ਼ਿਕਵਾ ਰਹਿੰਦਾ ਹੈ ਕਿ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਤੋਂ ਵੱਡੇ ਅਫਸਰ ਨੇ, ਉਹਨਾਂ ਨੂੰ ਇਤਰਾਜ਼ ਰਹਿੰਦਾ ਹੈ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਿਉਂ ਫੇਮਸ ਹੋ ਰਹੇ ਹੋ, ਤੁਸੀਂ ਕੀ ਲੈਣਾ ਲੋਕਾਂ ਦੀ ਸੇਵਾ ਕਰਕੇ। ਸੋ ਤੁਹਾਡੇ ਮਨ 'ਚ ਵੀ ਹੁੰਦਾ ਆਪਣੇ ਜੂਨੀਅਰ ਪ੍ਰਤੀ ਇੱਦਾਂ ਦਾ ਕੁਛ? ਨਹੀਂ, ਅੱਜ ਤੱਕ ਮੈਨੂੰ ਕਿਸੇ ਮੇਰੇ ਅਫਸਰ ਨੇ ਇਸ ਗੱਲ ਨੂੰ ਨਹੀਂ ਰੋਕਿਆ, ਇਸ ਕੰਪਨੀ ਮੈਨੂੰ ਕਿਸੇ ਨੇ ਨਹੀਂ ਰੋਕਿਆ। ਮੈਂ ਜਿਸ ਤਰ੍ਹਾਂ ਲੜਕੀਆਂ ਨੂੰ ਮਿਲਣ ਵਾਸਤੇ ਗਿਆ ਤਾਂ ਸੰਡੇ ਨਹੀਂ ਸੀ, ਲੇਕਿਨ ਮੈਂ ਇਸੇ ਬਾਵਜੂਦ ਆਪਣੇ ਸੀਨੀਅਰ ਅਫਸਰ ਨੂੰ ਛੁੱਟੀ ਲੈ ਕੇ, ਇਨ ਰਾਈਟਿੰਗ ਛੁੱਟੀ ਲੈ ਕੇ ਗਿਆ। ਮੇਰੇ ਕੱਲ੍ਹ ਨੂੰ ਕੋਈ ਬੰਦਾ ਇਤਰਾਜ਼ ਕਰ ਦਿੰਦਾ ਬਈ ਤੂੰ ਵਰਕਿੰਗ ਡੇ ਦੇ ਵਿੱਚ ਇੰਨੀ ਦੂਰ ਕਿਉਂ ਆਪਣਾ ਸਟੇਸ਼ਨ ਛੱਡ ਕੇ ਗਿਆ ਜੀ। ਸੋ ਕੋਈ ਇਹਦੀ ਇਤਰਾਜ਼ ਵਾਲੀ ਗੱਲ ਨਹੀਂ। ਅਸੀਂ ਅਗਰ ਆਪਣੀ ਨੇਕ ਕਮਾਈ ਦੇ ਵਿੱਚੋਂ 3 ਫੁੱਲ ਕੱਢ ਕੇ ਕਿਸੇ ਦੀ ਹੈਲਪ ਕਰਦੇ ਆ, ਕਿਸੇ ਦੀ ਬੱਚੇ ਦੀ, ਕਿਸੇ ਬਜ਼ੁਰਗ ਦੀ, ਤਾਂ ਉਹਦੇ ਨਾਲ ਮਨ ਨੂੰ, ਆਪਣੀ ਰੂਹ ਨੂੰ ਸ਼ਾਂਤੀ ਮਿਲਦੀ ਹੈ ਜੀ। ਅਸੀਂ ਉਹਨਾਂ ਵਿੱਚੋਂ ਆਪਣਾ ਮਾਂ-ਬਾਪ ਲੱਭਦੇ ਹਾਂ, ਉਹਨਾਂ ਵਿੱਚੋਂ ਸਾਡੇ ਕੋਲ ਇਸ ਵੇਲੇ ਹੈ ਨਹੀਂ। ਮੈਂ ਖੁਦ ਉਸ ਦਿਨ ਮਾਤਾ ਜੀ ਆ ਕੇ ਪੈਰੀਂ ਹੱਥ ਲਾਇਆ, ਮੈਨੂੰ ਬੜਾ ਮਨ ਨੂੰ ਤਸਕੀਨ ਹੋਈ ਵੀ ਮੇਰੀ ਮਦਰ 83 ਦੀ ਪੂਰੇ ਹੋਏ ਸੀ ਕੈਂਸਰ ਨਾਲ। ਮੈਂ ਪਿਆਰ ਤੋਂ ਵਾਂਝਾ, ਮਾਂ ਦੇ ਪਿਆਰ ਤੋਂ ਬੜੀ ਦੇਰ ਤੋਂ ਵਾਂਝਾ। ਮੈਂ ਆਪਣਾ ਜਿਹੜਾ ਜਨਮਦਿਨ ਆ, ਮੇਰੇ ਮੌਤ ਦਾ ਤਰੀਕਾ ਵੱਖਰਾ ਹੈ। ਅੱਛਾ, ਆਪਣੀ ਗੱਲ ਹੋਈ ਸੀ, ਤੁਸੀਂ ਇਹ ਵੀ ਦੱਸਿਆ ਸੀ ਕਿ ਤੁਸੀਂ ਬੜੇ ਸੰਘਰਸ਼ 'ਚੋਂ ਲੰਘ ਕੇ ਇਸ ਮੁਕਾਮ ਤੱਕ ਪਹੁੰਚੇ ਹੋ। ਹੱਥੀਂ ਕੰਮ ਵੀ ਕਰਨਾ ਪਿਆ, ਦਿਹਾੜੀ ਵੀ ਕਰਨੀ ਪਈ, ਅਤੇ ਫਿਰ ਕਿਵੇਂ ਦਾ ਰਿਹਾ ਇਹ ਸਫ਼ਰ, ਅਤੇ ਕਿੰਨਾ ਕੁ ਉਸ ਸਫ਼ਰ ਨੂੰ ਤੁਸੀਂ ਹੁਣ ਤੱਕ ਆਪਣੇ ਕੋਲ ਰੱਖਿਆ ਹੋਇਆ? ਮਤਲਬ ਕੁਝ ਲੋਕ ਹੁੰਦੇ ਨੇ ਕਿ ਮੁਕਾਮ ਦੇ ਉੱਤੇ ਪੁੱਜ ਕੇ ਪੁਰਾਣਾ ਸਮਾਂ ਭੁੱਲ ਜਾਂਦੇ ਨੇ। ਜੀ ਨਹੀਂ, ਮੈਂ ਹੁਣ ਵੀ ਆਪਣੀ ਗੱਡੀਆਂ ਆਪ ਧੋਣਾ। ਮੈਂ ਹੁਣ ਗਾ ਪਸ਼ੂ ਛੱਡਿਆ, ਗਾਂ ਰੱਖੀ ਹੁੰਦੀ ਸੀ, ਹੁਣ ਵੀ ਆਪਣੇ ਪੱਠੇ ਆਪ ਪਾਉਣੇ ਉਹਨੂੰ। ਹੁਣ ਵੀ ਆਪਣੀ ਸਬਜ਼ੀ ਖੁਦ ਆਪਣੀ ਕਹੀ ਨਾਲ ਗੁੱਡ ਕੇ ਸਬਜ਼ੀ ਬੀਜਦਾ। ਆਪਣੇ ਘਰ ਦੀ ਸਾਰੀ ਜਿਹੜੀ ਜ਼ਰੂਰਤ ਦੀ ਸਬਜ਼ੀ ਹੁੰਦੀ ਹੈ, ਮੈਂ ਆਪਣੇ ਹੱਥੀਂ ਬੀਜਦਾ ਜੀ।
लोग हंस रहे डिप्टी साहब कि हो गई सर्दी हो गई। मैं कहा भाई सर्दी हो गई गल नहीं है, कम से कम ये तो चीज़ है भी खाद पा के अपना बनाया होया, वो भी देसी रूढ़ी पा के, ना कि ये उपर के पेस्टिसाइड का कोई छिड़काव नहीं है जी, कोई छिड़काव नहीं किया किस चीज़ का आप। ਅੱਛਾ ਡੀਐਸਪੀ ਸਾਹਿਬ, ਜਦੋਂ ਹੁਣ ਜਿਸ ਤਰੀਕੇ ਦਾ ਦੌਰ ਚੱਲ ਰਿਹਾ ਹੈ, ਕਰੋਨਾ ਵਾਇਰਸ ਦੀ ਗੱਲ ਕੀਤੀ ਜਾਵੇ ਤਾਂ 3-4 ਮਹੀਨਿਆਂ ਤੋਂ ਅਸੀਂ ਦੇਖ ਰਹੇ ਹਾਂ ਕਿ ਸਭ ਤੋਂ ਵੱਧ ਜੇਕਰ ਕਿਸੇ ਨੂੰ ਦਿੱਕਤ ਝੱਲਣੀ ਪਈ ਹੈ ਆਮ ਲੋਕਾਂ ਤੋਂ ਬਾਅਦ ਤਾਂ ਪੁਲਿਸ ਪ੍ਰਸ਼ਾਸਨ ਨੂੰ ਝੱਲਣੀ ਪਈ ਹੈ, ਕਿਉਂਕਿ 24-24 ਘੰਟੇ ਦੀਆਂ ਡਿਊਟੀਆਂ ਕਰ ਰਹੇ ਨੇ। ਇਸ ਦੌਰਾਨ ਜਦੋਂ ਮੈਂ ਹਰਜੀਤ ਸਿੰਘ ਦੀ ਮੁਹਿੰਮ ਚੱਲਦੀ ਹੈ, ਉਸ ਤੋਂ ਬਾਅਦ ਕੁਝ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਗਲਤ ਹੁੰਦਾ ਹੈ। ਤੁਸੀਂ ਕਿੰਨਾ ਕੁ ਸਮਰਥਨ ਕਰਦੇ ਹੋ ਇਹਨਾਂ ਚੀਜ਼ਾਂ ਦਾ? ਦੇਖੋ, मैं पहला भी बेनती कर चुका, साडा काम दयालता नाल चलदा है, लेकिन कुछ काउंसल सानू मजबूर कर दिंदे हाथ चुकण लई। वो हरजीत सिंह वाले केस दे विच सो एक उन्हें अपनी ड्यूटी की, डरता नाम दा ड्यूटी कर रहा, तो एक निहंग सिंह ने किड्डा माड़ा बर्ताव किया उस नाल, फिर तो साडा हाथ चुकण फर्ज, साडा हाथ चुकना फर्ज बनता है। ਜਦੋਂ ਸਾਡਾ ਜੇ ਹੱਕ ਹੁੰਦੀ ਹੈ ਤਾਂ ਸਾਡਾ ਉਸੇ ਦਾ ਸਿੱਕਣਾ ਪਰ ਫਿਰ ਜਦੋਂ ਲੱਖਣ ਕੇ ਪੱਡੇ ਦੇ ਵਿੱਚ ਨਜਾਇਜ਼ ਹੋ ਜਾਂਦਾ ਹੈ, ਇੱਕ ਪੁਲਿਸ ਕਰਮਚਾਰੀ ਗੋਲੀ ਚਲਾ ਦਿੰਦਾ ਹੈ ਕਬੱਡੀ ਖਿਡਾਰੀ ਤੇ, ਫਿਰ ਉਦੋਂ ਵੀ ਤੁਹਾਡਾ ਦਿਲ ਓਨਾ ਹੀ ਦੁਖਦਾ? ਬਿਲਕੁਲ, ਗਲਤੀ ਤਾਂ ਗਲਤੀ ਹੈ, ਚਾਹੇ ਮੇਰੇ ਦੁਆਰਾ ਕੀਤੀ ਗਈ ਹੈ ਚਾਹੇ ਉਹ ਕਿਸੇ ਹੋਰ ਦੁਆਰਾ ਕੀਤੀ ਗਈ ਹੈ। ਜੇ ਕੋਈ ਗਲਤ ਹੈ ਉਹਨੂੰ ਗਲਤ ਕਰਨਾ ਚਾਹੀਦਾ, ਚਾਹੇ ਉਹ ਪੁਲਿਸ ਅਫਸਰ ਹੈ ਚਾਹੇ ਉਹ ਪਬਲਿਕ ਦਾ ਆਦਮੀ। ਜੀ, ਇਹ ਨਹੀਂ ਕਿ ਜੇ ਗਲਤੀ ਮੈਂ ਕੀਤੀ ਹੈ ਤਾਂ ਨਹੀਂ ਵੀ ਉਹ ਮੇਰੀ ਜਿਹੜੀ ਗਲਤੀ ਟੋਲਰੇਬਲ ਹੈ, ਨਹੀਂ, ਕੋਈ ਟੋਲਰੇਬਲ ਨਹੀਂ ਹੈ। ਜਿਹੜੀ ਗਲਤੀ ਮੈਂ ਕਰਦਾ ਉਹ ਗਲਤੀ ਤਾਂ ਗਲਤੀ ਹੈ, ਹਰ ਹਾਲਤ ਵਿੱਚ ਗਲਤੀ ਹੈ ਜੀ। ਅਗਰ ਉਸ ਲੱਖਣ ਕੇ ਪੱਡੇ ਇੱਥੇ ਏਡੇ ਹੋਣਹਾਰ ਪਲੇਅਰ ਨੂੰ ਗੋਲੀ ਮਾਰੀ ਜਾਂਦੀ ਹੈ, ਸੋ ਇਟਸ ਵੈਰੀ ਬੈਡ। ਉਹਦੇ ਉੱਪਰ ਵੀ ਉਹ ਕਾਰਵਾਈ ਹੋਣੀ ਚਾਹੀਦੀ, ਜੋ ਆਮ ਪਬਲਿਕ ਦੇ ਉੱਪਰ ਕਾਰਵਾਈ ਹੋਈ ਹੈ ਉਹਦੇ ਉੱਪਰ ਵੀ 302 ਦਾ ਪਰਚਾ ਹੋਣਾ ਚਾਹੀਦਾ। ਇੱਕ ਉੱਚ ਅਹੁਦੇ ਦੇ ਉੱਤੇ ਹੋ ਤੁਸੀਂ, ਮੇਰਾ ਸਵਾਲ ਇਹ ਸੀ ਕਿ ਪੁਲਿਸ ਥਾਣਿਆਂ ਦੇ ਵਿੱਚ ਜਦੋਂ ਲੋਕ ਜਾਂਦੇ ਨੇ, ਕਿਸੇ ਵੀ ਕੰਮ ਦੇ ਵਿੱਚ ਤੁਹਾਨੂੰ ਪੁਲਿਸ ਪ੍ਰਸ਼ਾਸਨ ਦੀ ਲੋੜ ਪੈਂਦੀ ਹੈ ਤਾਂ ਲੋਕ ਪਹਿਲਾਂ ਆਲੇ ਦੁਆਲੇ ਕੋਈ ਸਿਫਾਰਿਸ਼ ਲੱਭਦੇ ਨੇ ਕਿ ਸਾਡੇ ਕੋਲ ਸਿਫਾਰਿਸ਼ ਹੋਵੇ ਤੇ ਅਸੀਂ ਫੇਰ ਹੀ ਥਾਣੇ ਵੱਲ ਜਾਈਏ, ਇਨਸਾਫ ਸਾਨੂੰ ਤਾਂ ਮਿਲਣਾ, ਸਾਡੀ ਗੱਲ ਤਾਂ ਸੁਣੀ ਜਾਣੀ। ਤੁਸੀਂ ਆਪਣੇ ਕਾਰਜਕਾਲ ਦੇ ਦੌਰਾਨ ਇਸ ਗੱਲ ਨੂੰ ਕਿੰਨਾ ਕੁ ਦੇਖਿਆ ਜਾਂ ਫਿਰ ਕਿੰਨਾ ਕੁ ਲੋਕਾਂ ਨੂੰ ਇਹ ਅਹਿਸਾਸ ਕਰਾਇਆ ਕਿ ਸਿਫਾਰਿਸ਼ ਦੀ ਲੋੜ ਨਹੀਂ, ਜੇ ਤੁਸੀਂ ਸੱਚੇ ਹੋ ਤੇ ਗੱਲ ਸੁਣੀ ਜਾਊਗੀ? ਜੀ, ਮੈਂ ACP ਸਿਕਿਉਰਿਟੀ ਜਲੰਧਰ ਰਿਹਾ ਹੈਗਾ ਜੀ, ਮੇਰੇ ਕੋਲ ਜਲੰਧਰ ਦੀ ਸਾਡੀ PCC ਹੁੰਦੀ ਸੀ ਜੀ। ਮੇਰੇ ਰੀਡਰ ਸਾਹਿਬਾਨ ਨੇ ਮੈਨੂੰ ਇਹ ਗੱਲ ਕਹੀ ਵੀ ਜੇਕਰ ਸਾਥ ਜੀ ਤੁਸੀਂ ਤੇ ਅੰਦਰ ਤੁਹਾਡੇ ਕੋਲ ਜਿਹੜਾ ਮਰਜ਼ੀ ਆਉਂਦਾ ਥਾਣੇ ਨਾਲ ਪਟਾ ਆਉਂਦਾ ਤੁਸੀਂ ਹਰੇਕ ਨੂੰ PCC ਇਸ਼ੂ ਕਰ ਦਿੰਦੇ ਆ ਕਿ ਮੈਂ ਤਾਂ ਆਪਣਾ ਚੱਕ ਲੈਪਟਾਪ ਵਗੈਰਾ ਚੱਕ ਕੇ ਘਰ ਲੈ ਜਾਂਦਾ। ਮੈਂ ਕਿਉਂ ਵੀ ਕਹਿੰਦਾ ਜੀ ਮੇਰੇ ਥਰੂ ਹੋਣੇ ਚਾਹੀਦੇ ਬੰਦੇ। ਮੈਂ ਕਿਹਾ ਮੇਰੇ ਹੁੰਦੇ ਇਹ ਕੰਮ ਨਹੀਂ ਹੋਊਗਾ, ਮੇਰੇ ਹੁੰਦਿਆਂ ਹਰ ਇੱਕ ਬੰਦਾ ਡਾਇਰੈਕਟ ਮੇਰੇ ਕੋਲ ਆਊਗਾ। PCC ਮੇਰੇ ਰਾਈਟ ਬਣਦਾ, ਮੈਂ ਉਹਦਾ ਰਾਈਟ ਬਣਦਾ ਲੈਣਾ, ਮੇਰਾ ਡਿਊਟੀ ਬਣਦੀ ਉਹ ਦੇਣਾ। ਤੇਰਾ ਵਿੱਚ ਵਿਚੋਲਗੀ ਦਾ ਮਤਲਬ ਇਹ ਹੋਇਆ ਵੀ ਕੁਛ ਉਹਨੂੰ ਦੇ ਕੇ ਜਾਵੇ ਵੀ ਕਿ ਇਹ ਕੰਮ ਦਾ ਰੋਕਣਾ। ਤੇ ਮੈਂ ਕਿਹਾ ਅੱਛਾ ਵੀ ਤੂੰ ਲਾਈਨ 'ਚ ਜਾ ਕੇ ਆਪਣੇ ਹਾਜ਼ਰੀ ਪਵਾ, ਮੈਂ ਰੀਡਰ ਹੋਰ ਰੱਖ ਲਾਂਗਾ। ਸੋ ਰੋਕਦੇ ਰਹੇ ਹੋ ਆਪਣੇ ਸਾਥੀਆਂ ਨੂੰ ਵੀ ਰਿਸ਼ਵਤ ਲੈਣ ਤੋਂ? ਜ਼ਿੰਦਗੀ 'ਚ ਆਪ ਹੀ ਲਈ, ਜ਼ਿੰਦਗੀ 'ਚ ਆਪ ਰਿਸ਼ਵਤ ਨਹੀਂ ਲਈ ਉਹ ਨਾ ਕਿਸੇ ਨੂੰ ਲੈਣ ਦਿੱਤੀ ਹੈ। ਅੱਛਾ, ਫਿਰ ਅਜਿਹੇ ਪੁਲਿਸ ਅਫਸਰਾਂ ਦਾ ਗਿਲਾ ਇਹ ਹੁੰਦਾ ਹੈ ਕਿ ਅਸੀਂ ਇਮਾਨਦਾਰੀ ਦੇ ਨਾਲ ਜਦੋਂ ਡਿਊਟੀ ਕਰਦੇ ਹਾਂ ਤਾਂ ਸਾਨੂੰ ਫਿਰ ਸਾਡੇ ਜਿਹੜੇ ਲੋਕਲ ਨੇਤਾ ਨੇ, ਸਰਕਾਰਾਂ ਦੇ ਵਿੱਚ ਕੰਮ ਕਰਦੇ ਲੋਕ ਨੇ, ਉਹ ਨਹੀਂ ਟਿਕਣ ਦਿੰਦੇ, ਸਾਡੀਆਂ ਬਦਲੀਆਂ ਕਰ ਦਿੱਤੀਆਂ ਜਾਂਦੀਆਂ ਨੇ, ਸਾਡੀ ਟਰਾਂਸਫਰ ਕਰ ਦਿੱਤੀ ਜਾਂਦੀ ਹੈ, ਤੰਗ ਕੀਤਾ ਜਾਂਦਾ ਹੈ। ਸੱਚੀਆਂ ਨੇ ਇਹ ਗੱਲਾਂ? ਦੇਖੋ ਜੀ, ਗੱਲ ਸੁਣਾ, ਸਿੱਕੇ ਦੇ ਦੋ ਪੱਖ ਵਿਖਣੇ ਪੈਂਦੇ ਜੀ, ਸਿੱਕੇ ਦੇ ਦੋਨੋਂ ਪੱਖ ਵਿਖਣੇ ਪੈਂਦੇ। ਗੱਲਾਂ ਇੱਕ ਪੱਖ ਨਹੀਂ ਦੇਖ ਹੁੰਦਾ। ਜੇ ਤੁਹਾਨੂੰ ਕੋਈ ਅਫਸਰ ਨਜਾਇਜ਼ ਕੰਮ ਕਰਨ ਨਹੀਂ ਕਹਿੰਦਾ, ਤੁਹਾਨੂੰ ਕਹੋ ਭਾਈ ਨਹੀਂ ਮੈਂ ਇਹ ਕੰਮ ਨਹੀਂ ਕਰਦਾ, ਬਦਲੀ ਹੋ ਜਾਊ ਤਾਂ ਫਿਰ ਕੀ ਹੋ ਜਾਊ? ਉਸ ਜਗ੍ਹਾ ਤੋਂ ਬਦਲੀ ਹੋ ਜਾਊ ਤਾਂ ਫਿਰ ਕੀ ਹੋ ਜਾਊ? ਬਦਲੀ ਹੋ ਜਾਊ ਨਾ। ਆਪਾਂ ਲੋਕ ਬਦਲੀਆਂ ਦੀ ਹੋਣ ਤੋਂ ਵਜ੍ਹਾ ਲਈ ਅਫਸਰਾਂ ਦੇ ਪਿੱਠੂ ਬਣਦੇ ਆ, ਲੋਕਲ ਮੰਤਰੀਆਂ ਦੇ ਪਿੱਠੂ ਬਣਦੇ ਜਾ ਕੇ, ਉਹਦੇ ਉਹਨਾਂ ਦੇ ਮੁੱਠਾ ਚੱਪੀ ਕਰਦੇ ਆ, ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣੇ ਜਾ ਕੇ। ਮੈਂ ਤਾਂ ਕਦੇ ਕਿਸੇ ਦੇ ਲਾਉਂਦਾ ਨਹੀਂ, ਸੱਚੀ ਗੱਲ ਹੈ। ਬਿਲਕੁਲ, ਮੈਂ ਸਾਰੀ ਜ਼ਿੰਦਗੀ ਨੌਕਰੀ ਕੀਤੀ ਅੱਡੀ ਬੰਦੇ ਤੇ, ਫਸਟ ਕਲਾਸ ਟ੍ਰੇਨਿੰਗ ਸੈਂਟਰ 'ਚ ਰਿਹਾ। ਉਹਦੇ ਮਾਨਯੋਗ ਸਾਡੇ ਸਰ ਆਪਣੇ ਪਵਨ ਕੁਮਾਰ ਉੱਪਲ ਜੀ ਰਹੇ ਨੇ, ਮੇਰੇ ਮੋਸਟਲੀ SP DIG ਰਿਟਾਇਰ ਹੋਏ ਨੇ, ਉਹ ਵੀ ਇਹੋ ਜਿਹੇ ਸੀ। ਉਹਨਾਂ ਵਿੱਚ ਜ਼ਿੰਦਗੀ 'ਚ ਕਦੀ ਨਾ ਕਿਸੇ ਲੈਣ ਦੇਣ ਦਾ ਮਤਲਬ ਹੀ ਨਹੀਂ। ਤੇ ਫਿਰ ਜਿਹੜੇ ਅਜਿਹੇ ਅਫਸਰ ਹੁੰਦੇ ਨੇ, ਕਿੰਨੀਆਂ ਕੁ ਉਹਨਾਂ ਨੂੰ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਨੇ? ਨਹੀਂ, ਕੋਈ ਖਾਸ ਨਹੀਂ। ਜੇ ਤੁਸੀਂ ਤੁਹਾਡੀਆਂ ਆਪਣੀ ਖੁਦ ਡਿਮਾਂਡ ਹੈਗੀਆਂ ਤਾਂ ਅਫਸਰ ਉਹੋ ਜਿਹਾ ਹੋ ਜਾਂਦਾ ਉੱਪਰ ਥੱਲੇ ਵਾਲਾ, ਵੀ ਇਹ ਪਤਾ ਹੀ ਇਹੋ ਜਿਹਾ ਹੈ ਹੀ ਨਹੀਂ ਜੀ। ਆਪਾਂ ਪੋਸਟਿੰਗ ਉੱਥੇ ਲਈ ਆਏ ਸੀਗਾ ਵੀ ਨਹੀਂ ਵੀ ਜਿੱਥੇ ਕੋਈ ਸਿਸਟਮ ਹੈ ਨਹੀਂ, ਮੈਂ ਆਪਾਂ ਨੂੰ ਲਾਓ ਉੱਥੇ। ਆਪਾਂ ਉੱਥੇ ਖੁਸ਼ ਰਹੇ। ਟ੍ਰੇਨਿੰਗ ਸੈਂਟਰ ਜ਼ਿਆਦਾ ਮੇਰੀ ਮੋਸਟਲੀ ਨੌਕਰੀ ਟ੍ਰੇਨਿੰਗ ਸੈਂਟਰ ਦੀ ਹੈ। ਉਸ ਤੋਂ ਬਾਅਦ ਮੈਂ DSP ਬਣ ਕੇ ਜਲੰਧਰ ਗਿਆ ਸੀਗਾ ਆਪਣੀ ਵਿਜ਼ਿਟ ਵਿੱਚ। ਠੀਕ ਹੈ, ਜਿੰਨਾ ਕੁ ਟਾਈਮ ਉੱਥੇ ਲੱਗਾ ਉਸ ਤੋਂ ਬਾਅਦ ਮੈਂ ਇੱਥੇ ਵਾਪਸ ਆ ਗਿਆ। ਜਦੋਂ ਵਰਦੀ ਪਾ ਲੈਂਦੇ ਹੋ ਕੀ ਅਹਿਸਾਸ, ਕੀ ਮਹਿਸੂਸ ਕੀ ਕਰਦੇ? ਨਹੀਂ, ਅਹਿਸਾਸ ਤਾਂ ਵਰਦੀ ਪਾ ਕੇ
ਸ਼ੇਰ ਦੀ ਵਰਦੀ ਦਾ ਅਹਿਸਾਸ ਹੁੰਦਾ ਵੀ ਹਾਂ ਇਹ ਪਾਵਰ ਤਾਂ ਹੈ, ਲੇਕਿਨ ਇਹ ਪਾਵਰ ਦਾ ਮਿਸਯੂਜ਼ ਕਰੋਗੇ ਇਸ ਵਾਰੀ ਜੀ। ਤੁਹਾਨੂੰ ਵਰਦੀ ਪਾਈ ਹੈ, ਤੁਹਾਨੂੰ ਤੇ ਮਾਣ ਹੋਣਾ ਚਾਹੀਦਾ, ਪਰਮਾਤਮਾ ਨੇ ਤੁਹਾਨੂੰ ਇਸ ਲੈਵਲ ਤੇ ਲਿਆਂਦਾ, ਲੇਕਿਨ ਇਹਦਾ ਮਿਸਯੂਜ਼ ਨਹੀਂ ਬੰਦੇ ਨੂੰ ਕਰਨਾ ਚਾਹੀਦਾ। ਵਰਦੀ ਪਾ ਕੇ ਅਸੀਂ ਗਲਤ ਕੰਮ ਕਰੀਏ, ਅਸੀਂ ਪਾਵਰ ਦਾ ਗਲਤ ਇਸਤੇਮਾਲ ਕਰੀਏ, ਕਿਉਂਕਿ ਉਸ ਮਾਲਕ ਕੋਲ ਅਸੀਮ ਸ਼ਕਤੀਆਂ ਨੇ। ਉਹਨਾਂ ਨੇ ਮੈਨੂੰ ਥੋੜ੍ਹੀ ਜਿਹੀ ਪਾਵਰ ਦੇ ਦਿੱਤੀ, ਇੱਕ ਪਿੰਨ ਪੁਆਇੰਟ ਦੇ ਬਰੋਗੀ, ਅਤੇ ਮੈਂ ਉੱਤੇ ਗਰੂਰ ਕਰੀ ਜਾਵਾਂ। ਉਹ ਜਾਵੇ ਤਾਂ 1 ਮਿੰਟ ਧਰਤੀ ਇਹ 2 ਫੁੱਟ ਇੱਧਰੋਂ 2 ਫੁੱਟ ਇਹਨੂੰ ਹਲਾਵੇ, ਜਿੱਥੇ ਆਪਾਂ ਬੈਠੇ ਹਾਂ ਕੋਈ ਚੀਜ਼ ਨਹੀਂ ਮਿਲਦੀ। ਅਸੀਂ ਇੱਕ ਛੋਟੀ ਜਿਹੀ ਗੱਲ ਗਰੂਰ ਕਰੀ ਜੀ, ਅਸੀਂ ਤਾਂ ਮੈਂ ਤਾਂ ਇਹੀ ਕਿਹਾ ਵੀ ਮਾਲਕ ਮੇਰੇ 'ਚ ਕਿਸੇ ਗਰੂਰ ਨਾ ਜਾਏ। ਪਹਿਲੀ ਗੱਲ ਮੈਂ ਕਹਿੰਦਾ ਇਨਸਾਨ ਰੱਬ ਪਰਮਾਤਮਾ ਜੇ ਤੂੰ ਮੈਨੂੰ ਇਨਸਾਨ ਬਣਾਇਆ ਨਾ, ਤਾਂ ਮੈਨੂੰ ਇਨਸਾਨਾਂ ਵਾਲੇ ਗੁਣ ਬਖਸ਼ੀ, ਮੈਨੂੰ ਮੇਰੇ ਵਿੱਚ ਮੈਂ ਨਾ ਆਵੇ। ਜੇ ਮੇਰੇ 'ਚ ਮੈਂ ਆ ਗਈ ਮੈਂ ਖਤਮ ਹੋ ਗਿਆ। ਅੱਛਾ, ਇਹ ਵੀ ਮੈਂ ਦੇਖਿਆ ਕਿ ਇਸ ਮਹਾਂਮਾਰੀ ਦੇ ਦੌਰਾਨ ਤੁਸੀਂ ਕੁਝ ਲਿਖਿਆ ਵੀ, ਕੁਝ ਕਵਿਤਾਵਾਂ ਵੀ ਲਿਖੀਆਂ ਇਸ ਦੌਰ ਨੂੰ ਦੇਖਦਿਆਂ, ਲੋਕਾਂ ਦੀ ਪੀੜ ਨੂੰ ਦੇਖਦਿਆਂ। ਮੈਂ ਘਰ ਗਿਆ ਜੀ, ਮੈਂ ਘਰ ਗਿਆ ਕੋਵਿਡ-19 ਦੇ ਵਿੱਚ। ਅਸੀਂ ਮੇਰੇ ਨਾਲ ਮਿਸਟਰ ਪ੍ਰੀਕਸ਼ਿਤ, ਅਤੇ ਅਸੀਂ ਘਰ ਜਾ ਕੇ ਆਪਣੇ ਹੋਰ ਨਾਲ ਜਿਹੜੇ ਸੀਗੇ ਮੁੰਡੇ ਕੰਮ ਕਰਨ ਵਾਲੇ ਨਾਲ ਲੈ ਕੇ ਜਾਂਦੇ ਹੁੰਦੇ ਸੀ। ਪਹਿਲਾਂ ਰਾਸ਼ਨ ਵੰਡਿਆ, ਸੁੱਕਾ ਰਾਸ਼ਨ ਬਹੁਤ ਵੰਡਿਆ ਆਪਣੇ ਕੋਲੋਂ ਹੀ। ਬਿਲਕੁਲ ਜੀ, 2 ਬੰਦਿਆਂ ਨੇ ਜੋ ਆਪਣੇ ਕੋਲ ਟੈਲੀਫੋਨ ਕੋਲ ਸੀ, ਸਾਰੀ ਉਮਰ ਦਾ ਜੋੜਿਆ ਸੀ ਬੇਟੀ ਦੇ ਵਿਆਹ ਵਾਸਤੇ। ਉਹ ਬਾਪੇ ਮਾਲਕ ਕਰਨ ਵਾਲਾ 2 ਬੇਟੇ ਨੇ, ਉਹ ਸੈਟ ਨੇ। ਬੇਟੀ M.Com LLB ਗੋਲਡ ਮੈਡਲਿਸਟ ਹੈ। ਹੁਣ ਉਹਦੀ ਮੇਰਾ ਵਿਆਹ ਇਸ ਸਾਲ ਮੈਰਿਜ ਕਰਦੀ ਹੈ ਜੀ। ਵਾਈਫ ਨੂੰ ਕਹਿੰਦੀ ਹਾਂ ਤੁਸੀਂ ਲੋਕਾਂ 'ਚ ਤੁਰੇ ਫਿਰਦੇ ਹੋ, ਅਗਰ ਤੁਹਾਨੂੰ ਕਰੋਨਾ ਹੋ ਗਿਆ ਤਾਂ। ਮੈਂ ਕਿਹਾ ਵੀ ਮੈਂ ਆਪਣੇ ਆਪ ਨੂੰ ਉਹਨਾਂ ਨੂੰ ਵੱਖਰਾ ਕੀਤਾ ਆ, ਉਹ ਉੱਪਰਲੀ ਮੰਜ਼ਿਲ 'ਚ ਹੁੰਦਾ ਥੱਲੇ ਮੰਜ਼ਿਲ 'ਚ। ਅੱਛਾ, ਪਰਿਵਾਰ ਤੋਂ ਵੱਖਰਾ ਕਰ ਲਿਆ ਲੋਕ ਸੇਵਾ ਕਰਕੇ। ਬਿਲਕੁਲ। ਬੇਟਾ ਮੇਰਾ ਬਾਹਰੋਂ ਆਇਆ ਹੋਇਆ ਮੈਲਬਰਨ ਤੋਂ, ਇੱਕ ਬੇਟਾ ਕੈਨੇਡਾ ਵਿਆਹ ਹੋਇਆ, ਕੋਈ ਗਿਆ ਨਹੀਂ ਸਰੀ। ਅਤੇ ਮੈਂ ਇਸ ਕਰਕੇ ਆਪਣੇ ਆਪ ਨੂੰ, ਮੇਰਾ ਵੀ ਦਿਲ ਕਰਦਾ ਮੇਰਾ ਬੇਟਾ ਬਾਹਰੋਂ ਆਇਆ, ਮੈਂ ਉਹਨਾਂ ਬੈਠਾ ਗੱਲਾਂ ਬਾਤਾਂ ਮਾਰਾਂ, ਉਹਦੇ ਕੋਲ ਰਹਾਂ, ਮੇਰਾ ਦਿਲ ਕਰਦਾ ਫਿਰ ਗਿਆ। ਪਰ ਮੈਂ ਆਪਣੇ ਨੂੰ ਕਹਿੰਦਾ ਬੇਟੇ ਨਾਲ ਫੋਨ 'ਤੇ ਗੱਲ ਕਰ ਲੈਣੀ ਹੈ, ਦੂਜੇ 'ਚ ਹੁੰਦਾ ਉਹ। ਅੱਛਾ, ਮੈਨੂੰ ਕਹਿੰਦਾ ਡੈਡੀ ਤੁਸੀਂ ਸਾਡਾ ਕੋਈ ਬਹਿ ਕੇ ਟੇਬਲ 'ਤੇ ਖਾਣਾ ਨਹੀਂ ਖਾਂਦੇ। ਉਹ ਤਾਂ ਮੈਨੂੰ ਪਤਾ ਮੈਂ ਕਿਉਂ ਨਹੀਂ ਖਾਂਦਾ, ਜੋ ਮੈਂ ਇੰਨੇ ਲੋਕਾਂ ਨੂੰ ਮਿਲਦਾ। ਕੀ ਮੁਸ਼ਕਿਲਾਂ ਕੀ ਦੇਖੀਆਂ ਇਸ ਦੌਰ 'ਤੇ ਤੁਸੀਂ ਲੋਕਾਂ ਦੀਆਂ? ਲੋਕ ਜਿਹੜੇ 10 ਬਾਈ 10 ਦੇ ਕਮਰੇ ਦੇ ਵਿੱਚ 3 ਬੱਚੇ ਜਾਂ 5 ਬੱਚੇ ਰਹਿ ਰਹੇ, ਉਹਨੂੰ ਪੁੱਛ ਕੇ ਵੇਖੋ ਵੀ ਇਹ ਜਿਹੜਾ ਤੁਸੀਂ ਕਹਿੰਦੇ ਹੋ ਸਭ ਕੁਝ ਬੰਦ ਕਰਤਾ, ਉਹਨੂੰ ਪੁੱਛ ਕੇ ਵੇਖੋ ਜਿਹਦੇ 5 ਬੱਚੇ ਜਾਂ 4 ਬੱਚੇ ਆ, ਗਰੀਬਾਂ ਲੋਕਾਂ ਦੇ ਘਰ ਨੇ, 1 ਪੱਖਾ ਆ ਅਤੇ 1 ਇੰਨਾ ਕੁ ਥਾਂ ਆ, ਤੇ ਮੁਸ਼ਕਿਲ ਨਾਲ ਅੰਦਰ ਲੇਟ ਹੁੰਦਾ, ਉਹ ਕੀ ਕਰੂਗਾ? ਕਿੱਦਾਂ ਕਿੰਨੀ ਦੇਰ ਕੈਦ ਹੋ ਕੇ ਰਹਿ ਲਊਗਾ? ਉਹਦੀ ਮੁਸ਼ਕਿਲ ਆ ਜਾਂਦੀ ਹੈ। ਤੁਹਾਡੇ ਵੀ ਜਿੰਨਾ ਰਾਸ਼ਨ ਰੋਜ਼ ਲੈ ਕੇ ਆਉਣਾ, ਰੋਜ਼ ਕਮਾਈ ਕਰਕੇ ਲੈ ਕੇ ਆਉਣੀ, ਉਹ ਖਾਣਾ, ਰੋਜ਼ ਕਮਾ ਕੇ ਲੈ ਕੇ ਆਉਣਾ, ਉਹੀ ਖਾਣਾ ਜੀ। ਤੇ ਹਰ ਬੰਦਾ ਹਰ ਰੋਜ਼ ਦੇ ਘਰ ਲੋਕ ਕੋਈ ਨਹੀਂ ਪਹੁੰਚਦਾ ਰਾਸ਼ਨ ਲੈ ਕੇ ਜੀ। ਅੱਛਾ, ਤੁਹਾਡੇ ਵੀ ਬੱਚੇ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਨੇ, ਉੱਥੋਂ ਦੀਆਂ ਸਰਕਾਰਾਂ ਜਿਹੜੀਆਂ ਨੇ ਇਸ ਦੌਰ ਦੇ ਦੌਰਾਨ ਆਪਣੇ ਬਸ਼ਿੰਦੇ ਸਿਟੀਜ਼ਨ ਜਿਹੜੇ ਨੇ, ਉਹਨਾਂ ਦੇ ਉੱਥੋਂ ਦੇ ਲੋਕ ਨੇ, ਉਹਨਾਂ ਨੂੰ ਖੁਦ ਪੈਸੇ ਦੇ ਰਹੀਆਂ ਨੇ ਕਿ ਉਹ ਆਪਣਾ ਗੁਜ਼ਾਰਾ ਕਰ ਸਕਣ। ਤੁਹਾਨੂੰ ਲੱਗਦਾ ਹੈ ਕਿ ਸਾਡੇ ਫਿਰ ਸਿਸਟਮ ਦੇ ਵਿੱਚ ਗਲਤੀ ਹੈ ਕਿ ਆਮ ਲੋਕਾਂ ਦਾ ਸਰਕਾਰ ਵੱਲੋਂ ਸਾਥ ਨਹੀਂ ਦਿੱਤਾ ਜਾਂਦਾ ਅਜਿਹੀਆਂ ਮੁਸ਼ਕਿਲਾਂ ਸਮੇਂ? ਤੁਹਾਡੀ ਗੱਲ ਤਾਂ ਸਹੀ ਹੈ, ਪਰ ਆਪਾਂ ਅਸੀਂ ਆਪਣੀ ਗਵਰਨਮੈਂਟ ਬਾਰੇ ਕੀ ਬੋਲ ਸਕਦੇ ਹਾਂ? ਸਰਕਾਰ ਕਿੰਨਾ ਕੁ ਦੇ ਦੇਵੇ ਕੋਲੋਂ? ਸਰਕਾਰ ਕੋਲ ਹੈ ਵੀ ਕਿੰਨਾ ਕੁਛ ਹੈ। ਹੁਣ ਆਮ ਤੌਰ 'ਤੇ ਆਪਾਂ ਪੰਜਾਬ ਸਰਕਾਰ ਦਾ ਤਾਂ ਆਪਾਂ ਦੇਖ ਰਹੀ ਹਾਂ, ਹਰ ਵਾਰੀ ਕਹਿੰਦੇ ਵੀ ਜਿਹੜੀ ਇੱਕ ਸਰਕਾਰ ਬਦਲ ਕੇ ਜਾਂਦੀ ਹੈ ਉਹ ਖਜ਼ਾਨਾ ਖਾਲੀ ਆ, ਵੀ ਸਾਰਾ ਖਜ਼ਾਨਾ ਖਾਲੀ ਕਰ ਗਏ ਜੀ। ਅਸੀਂ ਜਾਣ ਤੋਂ ਪਹਿਲਾਂ ਪਹਿਲੀ ਪ੍ਰਕਾਰ ਸਰਕਾਰ ਜਾਰੀ ਹੁੰਦੀ ਆ, ਆਉਣ ਵਾਲੇ 4-5 ਸਾਲ ਲਈ ਖਰਚਾ ਇਹਨਾਂ ਕਰ ਜਾਂਦੀ ਹੈ ਵੀ ਦੂਜੀ ਗਵਰਨਮੈਂਟ ਹਿੱਲ ਨਾ ਸਕੇ। ਜਦ ਕਿ ਕਿਸੇ ਵਿੱਚ ਕੰਟਰੀ ਸਪਿਰਿਟ ਤਾਂ ਹੈ ਹੀ ਨਹੀਂ ਜੀ, ਕਿਸੇ ਵਿੱਚ ਕੰਟਰੀ ਸਪਿਰਿਟ ਨਹੀਂ ਹੈ। ਮੁਲਕ ਨੂੰ ਪਿਆਰ ਕਿਸੇ ਦਾ ਕਿਸੇ ਨੂੰ ਨਹੀਂ ਹੈਗਾ, ਸਿਰਫ ਮੰਤਰੀਗਣ ਆਪਣੇ ਆਪਣਾ ਪਿਆਰ ਹੈ, ਮੈਂ ਮੰਤਰੀ ਬਣ ਜਾ। ਇਹ ਨਹੀਂ ਹੈ ਵੀ ਕਿਸੇ ਦਾ ਰਾਸ਼ਟਰੀ ਦੀ ਭਾਵਨਾ ਕਿਸੇ ਕੋਲ ਨਹੀਂ ਹੈਗੀ ਵੀ ਇਸ ਮੁਲਕ ਦਾ ਅਸੀਂ ਖਾਂਦੇ ਹਾਂ, ਇਸ ਮੁਲਕ 'ਚ ਅਸੀਂ ਰਹਿੰਦੇ ਹਾਂ, ਇਹ ਸਾਡਾ ਆ। ਨਹੀਂ, ਉਹ ਕਹਿੰਦੇ ਜਿਹੜੀ ਸਰਕਾਰੀ ਆ ਉਹ ਜੀ ਵੀ ਹਮਾਰੀ ਹੈ। ਜੀ ਸਰਕਾਰੀ ਚੀਜ਼ਾਂ ਹੁਣ ਪੁੱਛਦਾ ਕੋਈ ਨਹੀਂ, ਹਰ ਬੰਦਾ ਚਾਹੁੰਦਾ ਕਿ ਮੈਨੂੰ ਸਰਕਾਰੀ ਨੌਕਰੀ ਮਿਲ ਜਾਵੇ, ਪਰ ਮੈਂ ਕਰਾਂ ਕੁਛ ਨਾ। ਸਰਕਾਰੀ ਨੌਕਰੀ ਮਿਲ ਜਾਵੇ ਪਰ ਮੈਂ ਕਰਾਂ ਕੁਛ ਨਾ ਜੀ। ਆਮ ਤੌਰ 'ਤੇ ਕਹਿੰਦੇ ਵੀ ਨੌਕਰੀ ਮੈਨੂੰ ਸਰਕਾਰੀ ਮਿਲਣੀ ਚਾਹੀਦੀ ਹੈ। ਪ੍ਰਾਈਵੇਟ ਨੌਕਰੀ ਯਾਰ ਉੱਥੇ ਸਵੇਰ ਤੋਂ ਸ਼ਾਮ ਤੱਕ ਧੂ ਕੇ ਮਾਰਦੇ, ਕੰਮ ਬਹੁਤ ਲੈਂਦੇ ਨੇ, ਅਗਲੇ ਆਊਟਪੁੱਟ ਮੰਗਦੇ ਨੇ ਜੀ। ਸਰਕਾਰੀ ਇੱਕ ਵਾਰੀ ਅਪੋਇੰਟਮੈਂਟ ਹੋ ਗਈ, ਕਰੋ ਚਾਹੇ ਨਾ ਕਰੋ, ਤਨਖਾਹ ਤਾਂ ਮਿਲਣੀ ਹੈ। ਲੇਕਿਨ ਗਲਤ ਗੱਲ ਹੈ। ਜਰਮਨ ਵਰਗਾ ਕੰਟਰੀ ਜਿਹੜਾ ਬਿਲਕੁਲ ਡੁੱਬ ਗਿਆ ਸੀ ਸੈਕੰਡ ਵਰਲਡ ਵਾਰ ਦੇ ਵਿੱਚ, ਉਹਨਾਂ ਲੋਕਾਂ ਨੇ ਆਪਣੇ 8 ਘੰਟੇ ਦੇ ਬਾਅਦ 2 ਘੰਟੇ ਆਪਣੇ ਮੁਲਕ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ। ਉਹਨਾਂ ਦੇ ਰਾਸ਼ਟਰਪਤੀ ਨੇ ਕਿਹਾ ਵੀ ਤਾਂ ਆਪਣਾ ਬਹੁਤ ਪਿੱਛੇ ਚਲੇ ਗਿਆ ਵਰਲਡ ਵਾਰ ਦੇ ਵਿੱਚ, ਹੀਰੋਸ਼ੀਮਾ ਨਾਗਾਸਾਕੀ ਸ਼ਹਿਰ ਤਬਾਹ ਹੋ ਗਏ। 8 ਘੰਟੇ ਦੇ ਬਾਅਦ 2 ਘੰਟੇ ਤੁਸੀਂ ਆਪਣੇ ਮੁਲਕ ਲਈ ਕੰਮ ਕਰੋ, ਕਿਸੇ ਨੇ ਪੈਸਾ ਕੋਈ ਨਹੀਂ ਲੈਣਾ ਜੀ। ਕੀਤਾ। ਅੱਜ ਉਹ ਕੰਟਰੀ ਕਿੱਥੇ ਹੈ?
ਸਾਡੇ ਕੰਟਰੀ ਸਪਿਰਿਟ ਤਾਂ ਕਿਸੇ 'ਚ ਹੈ ਹੀ ਨਹੀਂ ਹੈ। ਹੂੰ ਸਾਡੇ 'ਚ ਆਪਣਾ ਹਰ ਬੰਦਾ ਕਹਿੰਦਾ ਮੈਂ ਆਪਣੇ ਲਈ ਕੀ ਬਣਾਉਣਾ, ਹੂੰ ਮੈਕਸੀਮਮ ਮੈਂ ਆਪਣੇ ਲਈ ਕੀ ਬਣਾਵਾਂ। ਸਾਡੇ ਮੁਲਕ ਪੈਸਾ ਬਹੁਤ ਹੈ, ਲੋਕਾਂ ਦੇ ਕੋਲ ਹੂੰ ਜੀ ਮੁਲਕ 'ਚ ਪੈਸਾ ਤਾਂ ਪੈਸੇ ਦੀ ਕੋਈ ਕਮੀ ਨਹੀਂ ਹੈ। ਤੁਸੀਂ ਦੇਖੋ ਮੇਨ ਰੋਡ 'ਤੇ ਖੜੇ ਹੋ, 1 ਮਿੰਟ ਦੇ ਵਿੱਚ ਤੁਹਾਨੂੰ 25-30 ਰੇਂਜ ਰੋਵਰਸ ਗੱਡੀਆਂ, ਹਰ ਟੌਪ ਤੋਂ ਟੌਪ ਗੱਡੀ ਜਿਹੜੀ ਜਾ ਰਹੀ ਹੈ। ਬਿਲਕੁਲ ਫੋਰਨ ਗੱਡੀ ਨਾਲੋਂ ਇੱਥੇ ਸਾਡੇ 3 ਗੁਣਾ ਰੇਟ ਹੈ ਕਾਰ ਦਾ। ਜੀ ਜਿਹੜੀ ਕਾਰ ਉੱਥੇ ਨਾਰਮਲ ਰੇਟ ਜਿਹੜਾ ਹੈਗਾ ਉਧਰੋਂ 3 ਗੁਣਾ ਰੇਟ ਇੱਥੇ ਜ਼ਿਆਦਾ ਮਹਿੰਗਾ ਹੈ। ਸਾਡੇ ਲੋਕ ਸਾਰੇ ਅਫੋਰਡ ਕਰਦੇ, ਕਿੱਦਾਂ ਕਰਦੇ ਵੀ, ਜਦ ਇਟਵੀਨ ਵੀ ਸਾਡੇ ਕੋਲ ਪੈਸੇ ਤਾਂ ਬਹੁਤ ਹੈ। ਸ਼ਾਮ ਨੂੰ ਬੋਰਟੋਂ ਜਾਓ, ਗੱਡੀ ਦਾ ਬੰਪਰ ਨਾਲ ਬੰਪਰ ਖਿੱਚਦਾ ਜੀ। ਜੇ ਕੋਲ ਪੈਸਾ ਨਾ ਹੋਵੇ ਤਾਂ ਗੱਡੀ ਦਾ ਬੰਪਰ ਕਿਵੇਂ ਖੈਣ। ਪਰ ਸਰਕਾਰ ਕੋਲ ਪੈਸੇ ਹੈ ਨਹੀਂ, ਲੋਕਾਂ ਕੋਲ ਪੈਸੇ ਬਹੁਤ ਨੇ। ਨਹੀਂ ਸਰਕਾਰ ਕੋਲ ਕਿਉਂ ਨਹੀਂ ਹੈਗੇ, ਖਾ ਲਏ ਜਾਂਦੇ ਨੇ ਫਿਰ। ਨਹੀਂ ਹੁਣ ਆਪਾਂ ਇਸ ਬਾਰੇ ਕੁਛ ਨਹੀਂ ਕਹਿ ਸਕਦੇ। ਇਹ ਬੜੀਆਂ, ਮੈਂ ਜਿਹੜੀ ਵਰਦੀ ਪਾਈ ਹੈ, ਮੈਂ ਸਰਕਾਰ ਦੀ ਰੋਟੀ ਖਾਣਾ, ਮੈਂ ਇਸ ਬਾਰੇ ਇਸੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਅੱਜ। ਹਾਂ ਜਦੋਂ ਮੈਂ ਵਰਦੀ ਲਾ ਦਾਂਗਾ, ਮੈਂ ਇਸ ਤੋਂ ਸਰਕਾਰ ਤੋਂ ਰਿਟਾਇਰ ਹੋ ਜਾਵਾਂਗਾ, ਦੈਨ ਮੈਂ ਵੇਖਾਂਗੇ ਲੋਕਾਂ ਦੀ ਸੇਵਾ ਫਿਰ ਵੀ ਕਰਾਂਗੇ ਇੱਥੇ। ਹੁਣ ਕੀ ਸੋਚਿਆ, ਕਿਉਂਕਿ ਪਹਿਲਾਂ ਤਾਂ ਛੋਟੇ ਲੈਵਲ ਦੇ ਉੱਤੇ ਤੁਸੀਂ ਸਾਰਾ ਕੁਝ ਕਰ ਰਹੇ ਸੀ ਆਪਣੇ ਤੌਰ ਦੇ ਉੱਤੇ, ਹੁਣ ਜਿਵੇਂ ਤੁਸੀਂ ਦੱਸਿਆ ਹੈ ਕਿ ਜਿਹੜੇ ਅਨਾਥ ਬਜ਼ੁਰਗ ਨੇ, ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਪੁੱਛਣਾ ਭੁੱਲ ਜਾਂਦੇ ਨੇ, ਉਹਨਾਂ ਨੂੰ ਰੋਟੀ ਤੱਕ ਨਹੀਂ ਦਿੰਦੇ, ਉਹਨਾਂ ਨੂੰ ਸਾਂਭਣ ਦਾ ਹੀਲਾ ਤੁਸੀਂ ਕਰ ਰਹੇ ਹੋ, ਕੀ ਉਪਰਾਲੇ ਕੀਤੇ ਜਾ ਰਹੇ ਨੇ? ਅਸੀਂ ਇੱਕ ਜਗ੍ਹਾ ਲਈ ਜੀ ਚੜਾਂਗ ਦੇ ਕੋਲ, ਮੈਂ ਤੇ ਮੇਰੇ ਦੋਸਤ ਨੇ ਅਸੀਂ ਦੇਖਿਆ ਜਗ੍ਹਾ ਦੇਖੀ ਆ ਉਹ, ਅਤੇ ਅਸੀਂ ਉੱਥੇ ਚਾਹੁੰਦੇ ਤਾਂ ਹੈਗੇ ਇਹੀ, ਅਸੀਂ ਉੱਥੇ ਕੁਛ ਜਗ੍ਹਾ ਬਣਾਈਏ। ਇੱਕ ਜਗ੍ਹਾ ਮੈਂ ਹੋਰ ਮੇਰੇ ਕੋਲ ਪਈ ਖਾਲਸਾ ਕੋਲ, ਉੱਥੇ ਇੱਕ ਤਰ੍ਹਾਂ ਚੈਰੀਟੇਬਲ ਟਰਸਟ ਦੀ ਹੌਸਪੀਟਲ ਖੋਲੀਏ, ਜੋ ਲੋਕਾਂ ਦਾ ਗਰੀਬਾਂ ਦਾ ਇਲਾਜ ਫਰੀ ਹੋਵੇ। ਜਿਹੜੇ ਪੈਸੇ ਵਾਲਾ ਬੰਦਾ ਉਹਨੂੰ ਪੈਸੇ ਠੋਕ ਕੇ ਪੈਸੇ ਲੈ ਜਾਣ, ਉਹਨਾਂ ਕੋਲ ਕਮਾ ਕੇ ਉਹ ਗਰੀਬਾਂ ਦੇ ਲਾਇਆ ਜਾਵੇ। ਸੋ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਾਂ ਫਿਰ ਆਪਣੇ ਤੌਰ ਦੇ ਉੱਤੇ ਕੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ? ਇਹ ਜਿਹੜਾ ਦੌਰ ਹੈ, ਇਸ ਦੌਰ ਦੇ ਨਾਲ ਕਿਵੇਂ ਜਿੱਤਿਆ ਜਾਵੇ ਜਾਂ ਫਿਰ ਕਿਵੇਂ ਆਪਣੇ ਆਪ ਨੂੰ ਮਜ਼ਬੂਤ ਕੀਤਾ ਜਾਵੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਜਿਹੜਾ ਦੌਰ ਹੈ, ਮਾਲਕ ਦੀ ਦਇਆ ਨਾਲ ਸਭ ਠੀਕ ਨਿਕਲ ਜਵੇ, ਨਿਭ ਜਾਣਾ, ਚਲੇ ਜਾਣਾ, ਪਰ ਲੋਕਾਂ ਨੂੰ ਟਾਈਮ ਯਾਦ ਰਹਿਣਾ। ਲੋਕਾਂ ਨੂੰ ਟਾਈਮ ਦਾ ਯਾਦ ਰਹਿਣਾ ਵੀ ਇਸ ਸਿਸਟਮ ਵਿੱਚ, ਇਸ ਸਮੇਂ, ਇਸ ਔਖੀ ਘੜੀ ਉਹਨਾਂ ਨਾਲ ਕੌਣ ਖੜਾ ਸੀ। ਹੁਣ ਜਿਹੜੇ ਮੈਂ ਨਹੀਂ ਚਾਹੁੰਦਾ, ਹਰ ਪਾਰਟੀ ਹੈ, ਉਹ ਗੱਲ ਹਰ ਕੀ ਤਰ੍ਹਾਂ ਦੇ ਬੰਦੇ ਨੇ, ਹਰੇਕ ਪਾਰਟੀ ਹੈ ਜਿਹੜੇ ਉਦੋਂ ਹੱਥ ਜੋੜ ਕੇ ਜਨਤਾ ਦੇ ਸੱਚੇ ਸੇਵਕ, 24 ਘੰਟੇ ਕਾਮਾਂ ਵਾਲੀ ਪਾਈ ਹੁੰਦੀ ਹੈ ਇਲੈਕਸ਼ਨ ਦਿਨਾਂ ਵਿੱਚ, ਉਹ ਹੁਣ ਸਾਰੇ ਕਿੱਥੇ ਨੇ? ਆਹ ਟਾਈਮ ਸੀ ਲੋਕਾਂ ਦੀ ਸੇਵਾ ਕਰਨ ਦਾ, ਆਹ ਸਮਾਂ ਸੀ ਲੋਕਾਂ ਦੇ ਨਾਲ ਨਿਭਣ ਦਾ। ਉਹ ਯਾਰ ਮੌਤ ਤਾਂ ਸਾਰਿਆਂ ਨੂੰ ਆਉਣੀ ਹੈ, ਆਪਾਂ ਸਾਰਿਆਂ ਨੂੰ ਇਹ ਗੱਲ ਪਤਾ ਵੀ ਬਿਨਾਂ ਮੌਤ ਤੋਂ ਇਸ ਦੁਨੀਆ 'ਚੋਂ ਗਿਆ ਹੀ ਕੋਈ ਨਹੀਂ। ਮੇਰੇ ਫਾਦਰ ਜੋ ਡੈਥ ਹੋਈ, ਉਹਨਾਂ ਦਾ ਟ੍ਰੇਨ ਐਕਸੀਡੈਂਟ ਹੋਇਆ ਸੀ ਤੇ ਮੈਂ ਬਿਲਕੁਲ ਹਿੱਲ ਗਿਆ, ਕਿਉਂਕਿ ਮੇਰੇ ਘਰ ਦਾ ਸਾਰਾ ਸਿਸਟਮ ਉਹ ਸੰਭਾਲਦੇ ਸੀ। ਲੋਕ ਕਹਿੰਦੇ ਸੀ ਵੀ ਰਿਟਾਇਰਮੈਂਟ ਤੋਂ ਫਾਦਰ ਸਾਹਿਬ ਕਿਹਨਾਂ ਰਹਿੰਦੇ, ਬੜੇ ਭਰਾ ਨਾਲ ਰਹਿੰਦੇ ਕਿ ਦਿਨਾਂ ਰਹਿੰਦੇ ਆ? ਮੈਂ ਕਹਿੰਦਾ ਸੀ ਮੈਂ ਉਹਨਾਂ ਦੇ ਕੋਲ ਰਹਿਣਾ। ਅੱਛਾ। ਪਰ ਬਾਕੀ ਮੈਂ ਸ਼ੁਰੂ ਤੋਂ ਉਹਨਾਂ ਦੇ ਕੋਲ ਰਿਹਾ 10 ਸਾਲ ਤੱਕ। ਕੀਤੀ ਉਹਨਾਂ ਦੀ 2004 ਡੈਥ ਹੋਈ ਉਹਨਾਂ ਦੀ, ਟ੍ਰੇਨ ਐਕਸੀਡੈਂਟ ਹੋ ਗਿਆ ਜੀ। ਅਤੇ ਮੈਂ ਤਾਂ ਸਦਾ ਹੀ ਮਤਲਬ ਉਹਨਾਂ ਨੂੰ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਮੈਂ ਤਾਂ ਉਹਨਾਂ ਦੇ ਕੋਲ ਹੀ ਰਿਹਾ। ਵੀ ਆਪਾਂ ਹੋਰ ਗੱਲ ਕਰ ਰਹੇ ਸੀ ਕਿਸੇ ਗੱਲ ਤੋਂ ਮੁੜਿਆ, ਜਿਹੜੀ ਆਪਾਂ ਬੜਾ ਸਵਾਲ ਕੀ ਸੀ ਵੀ ਕਿਵੇਂ ਹੌਸਲਾ ਕਿਵੇਂ ਰੱਖਣਾ ਚਾਹੀਦਾ ਇਸ ਦੌਰ 'ਚ? ਹੌਸਲਾ ਇਸ ਦੌਰ ਦੇ ਵਿੱਚ ਰੱਖਣਾ ਚਾਹੀਦਾ ਆ ਬਈ ਬੰਦੇ ਨੂੰ ਕਦੀ ਵੀ ਆਪਣੇ ਆਪ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਜਿਹੜਾ ਹੁਣ ਟਾਈਮ ਅਸਲ ਚੱਲ ਰਿਹਾ ਨਾ, ਵੀ ਕੋਵਿਡ-19 ਕੁਛ ਨਹੀਂ ਵਿਗਾੜਦਾ ਕਿਸੇ ਦਾ। ਕੋਵਿਡ-19 ਕਿਸੇ ਦਾ ਕੁਛ ਨਹੀਂ ਵਿਗਾੜਦਾ। ਮੌਤ ਤਾਂ ਹਰ ਆਦਮੀ ਨੂੰ ਆਉਣੀ ਆ। ਕਿੰਨੀਆਂ ਆਮ ਜਿੰਨੀਆਂ ਮੌਤ ਆਮ ਪਹਿਲਾਂ ਹੁੰਦੀਆਂ, ਟ੍ਰੇਨ ਐਕਸੀਡੈਂਟ ਹੁੰਦੀਆਂ ਜਾਂ ਰੋਜ਼ਾਨਾ ਹਾਦਸਿਆਂ 'ਚ ਹੁੰਦੀਆਂ, ਉਹਦੋਂ ਬਹੁਤ ਦਰ ਕਿੰਨੀ ਘੱਟ ਹੈ ਉਹਦੇ ਨਾਲ ਜੀ। ਬਾਕੀ ਇਹ ਉਹਨੂੰ ਇਫੈਕਟ ਕਰ ਰਿਹਾ ਜਿਹੜੇ ਬਜ਼ੁਰਗ ਨੇ ਜਾਂ ਪਹਿਲਾਂ ਕਿਸੇ ਬਿਮਾਰੀ ਤੋਂ ਪੀੜਤ ਨੇ। ਆਮ ਤੌਰ 'ਤੇ ਯੰਗਸਟਰ ਨੂੰ ਬਹੁਤ ਘੱਟ ਇਫੈਕਟ ਕਰ ਰਿਹਾ ਜੀ। ਜਿਹੜਾ ਬੰਦਾ ਸਰੀਰ ਨੂੰ ਇੱਕ ਵਾਰੀ ਦਿਨ 'ਚ ਗਰਮੀ ਲਿਆਉਂਦਾ, ਵਰਜਿਸ਼ ਕਰੋ, ਲੌਂਗ ਵਗੈਰਾ ਪਾ ਕੇ ਚਾਹ ਪੀਓ, ਤਾਂ ਕਿ ਜਦੋਂ ਤੁਹਾਡਾ ਇਹ ਸਿਸਟਮ ਗਰਮ ਰਹੇ, ਇਹਨਾਂ ਸਿਸਟਮ ਗਰਮ ਰਹੇ। ਕੋਵਿਡ-19 ਸਿਸਟਮ ਇਹ ਵੀ ਜਿਹੜੀ ਇੱਥੋਂ ਤੁਹਾਡੀ ਚੀਜ਼ ਜਾਂਦਾ, ਜਵਾਨੂ ਜਾਂਦਾ ਹੈ, ਜੇਕਰ ਗਰਮ ਚੀਜ਼ ਖਾਓਗੇ, ਦਿਨ 'ਚ ਗਰਮ ਪਾਣੀ ਪੀਓ, ਜਿੰਨਾ ਪੀ ਸਕਦੇ ਹੋ ਜੀ। ਦਿਨ 'ਚ 4-5-6 ਗਲਾਸ ਗਰਮ ਪਾਣੀ ਪੀਓ। ਅਤੇ ਜੇ ਕਿਸੇ ਨੂੰ ਮਿਲਣ ਤੋਂ ਬਾਅਦ ਆਪਣੇ ਹੱਥ ਧੋਲੋ ਜ਼ਰੂਰੀ। ਹੱਥ ਤੋਂ ਬਹੁਤ ਅਗਰ ਜਵਾਨੂ ਵਗੈਰਾ ਤੁਹਾਡੇ ਹੱਥ ਨਾਲ ਲੱਗੇ ਹੋਣ ਤਾਂ ਉਹ ਸਾਫ਼ ਹੋ ਜਾਣ ਜੀ। ਇਹਦਾ ਸਿਰਫ ਆਪਣੇ ਕੋਲ ਪ੍ਰੀਕਾਸ਼ਨ ਹੀ ਹੈ। ਜਿਸ ਚੀਜ਼ ਦਾ ਕੋਈ ਮੈਡੀਸਨ ਨਹੀਂ ਬਣੀ,
ਉਹ ਸਿਰਫ ਪ੍ਰੀਕਾਸ਼ਨ ਦੀ ਹੈ ਬਸ। ਬਿਲਕੁਲ। ਪ੍ਰੀਕਾਸ਼ਨ ਹੀ ਤੁਹਾਨੂੰ ਬਚਾ ਸਕਦਾ, ਇਹਦੀ ਕੋਈ ਮੈਡੀਸਨ ਤਾਂ ਹੈ ਹੀ ਨਹੀਂ ਹੈ। ਬਾਕੀ ਹੌਸਲਾ ਰੱਖੋ, ਹੌਸਲਾ ਕਹਿੰਦੇ ਹੌਸਲਾ ਰੱਖੋ, ਖੁਦਾ ਮਦਦ ਕਰੇਗਾ। ਅਗਰ ਤੁਸੀਂ ਆਪਣਾ ਹੌਸਲਾ ਰੀਟਾ ਕੇ ਪਹਿਲਾਂ ਬਹਿ ਗਏ ਤੇ ਫਿਰ ਗਏ ਤੇ ਗਏ, ਗਏ ਤੇ ਗਏ। ਕਿਉਂਕਿ ਹੌਸਲਾ ਛੱਡਣ ਦੀ ਕੋਈ ਲੋੜ ਨਹੀਂ ਹੈ। ਬਹੁਤ ਜਦੋਂ ਆਉਣੀ ਹੈ ਤਾਂ ਰੱਬ ਨੇ ਪ੍ਰੋਬਲਮ ਲਿਖੀ ਉਦੋਂ ਆ ਹੀ ਜਾਣੀ ਹੈ। ਜੇ ਬੰਦਾ ਇੱਦਾਂ ਡਰਦਾ ਹੁੰਦਾ ਤਾਂ ਫਿਰ ਵਰਦੀਆਂ ਗੋਲੀਆਂ ਜਾਂ ਪੁਲਿਸ ਵਾਲੇ ਪਿੱਛੇ ਜਾਂ ਆਰਮੀ ਵਾਲੇ ਉਹ ਫਿਰ ਕਹਿੰਦੇ ਜੇ ਆਰਮੀ ਵੀ ਮਤਲਬ ਗਾਹ ਬਾਰਡਰ ਤੋਂ ਬਾਅਦ ਜਾਵੇ ਨਾ ਫਿਰ ਪਤਾ ਵੀ ਮੌਤ ਤਾਂ ਆਉਣੀ ਹੈ। ਨਹੀਂ, ਕੁਛ ਨਹੀਂ ਹੁੰਦਾ। ਤੇ ਹੌਸਲਾ ਰੱਖਣਾ ਚਾਹੀਦਾ। ਹੌਸਲਾ ਰੱਖੋ। ਸੋ ਧੰਨਵਾਦ DSP ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ। ਤੁਹਾਡੀ ਬਹੁਤ ਮਿਹਰਬਾਨੀ ਜੀ ਕਿ ਤੁਸੀਂ ਮੈਨੂੰ ਉਹਨਾਂ ਚੀਜ਼ ਹੈ ਬੰਦੇ ਨੂੰ ਇੰਨਾ ਟਾਈਮ ਦਿੱਤਾ। ਮੈਂ ਕੋਈ ਨਾ ਸਿਆਣਾ ਨਹੀਂ, ਕੋਈ ਨਾ ਪੜ੍ਹਿਆ ਲਿਖਿਆ ਨਹੀਂ, ਕੋਈ ਨੇਤਾ ਨਹੀਂ ਕਿ ਤੁਸੀਂ ਮੈਨੂੰ ਇਹ ਸਮਾਂ ਦਿੱਤਾ ਹੈ ਲੋਕਾਂ ਦੇ ਸਾਹਮਣੇ ਆਉਣ ਦਾ। ਮੈਂ ਤੁਹਾਡਾ ਬਹੁਤ ਬਹੁਤ ਤੁਹਾਡੇ ਦਿਲ ਨਾਲ ਧੰਨਵਾਦੀ ਹਾਂ ਜੀ। ਸੋ ਬਿਲਕੁਲ, ਕਿੱਤਾ ਤੁਹਾਡਾ ਕੋਈ ਵੀ ਹੋਵੇ, ਤੁਹਾਡਾ ਕੰਮ ਬੋਲਣਾ ਚਾਹੀਦਾ ਹੈ। ਤੇ DSP ਸਾਹਿਬ ਦਲਜਿੰਦਰ ਸੰਧੂ ਹੋਣਾ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਪੂਰੀ ਚਰਚਾ ਦੇ ਵਿੱਚ ਨੇ। ਜਿਸ ਤਰੀਕੇ ਦੇ ਨਾਲ ਆਪਣੀ ਪੇਸ਼ੇਵਾਰ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਵੀ ਲੋੜਵੰਦਾਂ ਦੀ ਬਾਂਹ ਫੜ ਰਹੇ ਨੇ। ਉਮੀਦ ਕਰਦੇ ਹਾਂ ਕਿ ਦਲਜਿੰਦਰ ਸੰਧੂ ਹੋਣਾ ਦੀਆਂ ਅੱਜ ਦੀਆਂ ਇਹ ਗੱਲਾਂ ਬਾਤਾਂ ਤੁਹਾਨੂੰ ਜ਼ਰੂਰ ਪਸੰਦ ਆਈਆਂ ਹੋਣਗੀਆਂ। ਇੱਦਾਂ ਹੀ ਬਣੇ ਰਹੋ ਪ੍ਰਾਈਮ ਏਸ਼ੀਆ TV ਦੇ ਨਾਲ।